ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸਵੇਰ ਦੇ ਬੁਲਟਨ ਦੇ ਵਿੱਚ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 2 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕੰਤ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਰੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ ਅਤੇ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ। ਘਰ ਖਰੀਦਣਾ ਵੇਚਣਾ ਹੋਵੇ, ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਘਰਾਂ ਦੇ ਲੋਨਸ ਦੇ ਲਈ, ਕਮਰਸ਼ੀਅਲ ਲੋਨਸ, ਐਗਰੀਕਲਚਰਲ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਜ਼ੈਂਡਰ ਮਾਰਗੇਜ ਰੀਅਲ ਅਸਟੇਟ ਦੇ ਮੋਹਨ ਚੀਮਾ ਹੁਣਾਂ ਨੂੰ। ਨੰਬਰ 559-905-75 5599052575 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੱਕ ਬਹੁਤ ਹੀ ਨਾਮਵਰ ਕਹਿੰਦੇ ਸਿਵਲ ਰਾਈਟਸ ਲੀਡਰ ਜਿਹੜਾ ਆ ਬਰਨਰਡ ਜਾਰਡਨ, ਉਹਦੀ ਮੌਤ ਹੋ ਗਈ ਆ। ਉਹਨੂੰ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਿਹੜਾ ਆ DC ਦਾ ਪਾਵਰ ਬ੍ਰੋਕਰ ਵੀ ਕਿਹਾ ਜਾਂਦਾ ਸੀ। 85 ਸਾਲਾਂ ਦੀ ਉਮਰ ਸੀ ਤੇ 30 ਸਾਲਾਂ ਦੀ ਉਮਰ ਦੇ ਵਿੱਚ ਜਿਹੜਾ ਉਹ ਨੈਸ਼ਨਲ ਅਰਬਨ ਲੀਗ ਦੇ ਜਿਹੜੇ ਹੈੱਡ ਬਣ ਗਿਆ ਸੀ ਤੇ ਉਹਨਾਂ ਨੇ ਲਾਅ ਵੀ ਕੀਤਾ ਸੀ ਹਾਰਵਰਡ ਯੂਨੀਵਰਸਿਟੀ ਤੋਂ। ਤੇ ਕਹਿੰਦੇ ਜਦੋਂ ਯੰਗ ਸੀ ਤੇ ਉਹਨੇ ਬਹੁਤ ਜ਼ਿਆਦਾ ਜਿਹੜੀ ਡਿਸਕ੍ਰਿਮੀਨੇਸ਼ਨ ਦੇਖੀ ਵੀ ਕਿਸ ਤਰ੍ਹਾਂ ਜਿਹੜੇ ਕਾਲੇ ਮੂੰਹ ਦੇ ਲੋਕ ਆ ਉਹਨਾਂ ਨੂੰ ਜਦੋਂ ਗੋਰਿਆਂ ਦੀ ਕੋਈ ਪਾਰਟੀ ਹੁੰਦੀ ਸੀ ਉੱਥੇ ਨਹੀਂ ਜਾਣ ਦਿੱਤਾ ਜਾਂਦਾ ਸੀ। ਕਈ ਵਾਰੀ ਜਿਹੜਾ ਕੋਈ ਅਮੀਰ ਗੋਰਾ ਸੀ ਉਹਦੀ ਕਾਰ ਨਹੀਂ ਡਰਾਈਵ ਕਰਨ ਦਿੱਤੀ ਜਾਂਦੀ ਸੀ। ਪਰ ਲੇਟਰ ਔਨ ਉਹਨਾਂ ਨੇ ਲਾਅ ਦੀ ਡਿਗਰੀ ਵੀ ਕੀਤੀ ਤੇ ਬਿਲ ਕਲਿੰਟਨ ਪ੍ਰੈਜ਼ੀਡੈਂਟ ਉਹਨਾਂ ਦੇ ਫਰੈਂਡ ਬਣੇ ਕਾਫੀ ਸਮਾਂ ਪਹਿਲਾਂ, ਉਹਨਾਂ ਦੇ ਪ੍ਰੈਜ਼ੀਡੈਂਟ ਬਣਨ ਤੋਂ ਵੀ। ਤੇ ਉਸ ਤੋਂ ਬਾਅਦ ਵੱਖ-ਵੱਖ ਜਿਹੜੀਆਂ ਗਵਰਨਮੈਂਟ ਸਰਕਾਰਾਂ ਉਹਨਾਂ ਦੇ ਨਾਲ ਜਿਹੜਾ ਆ ਟਰਾਂਜ਼ੀਸ਼ਨ ਟੀਮ ਦੇ ਵਿੱਚ ਵੀ ਕੰਮ ਕਰਦੇ ਰਹੇ। ਸੋ ਕਾਫੀ ਲੰਮਾ ਉੱਚਾ ਨੌਜਵਾਨ ਸੀ, 6 ਫੁੱਟ 4 ਇੰਚ ਉਹਨਾਂ ਦੀ ਹਾਈਟ ਸੀਗੀ। ਸੋ ਇਹ ਸਿਵਲ ਰਾਈਟ ਦੇ ਜਿਹੜੇ ਕੁਛ ਕੁ ਲੋਕ ਉਸ ਟਾਈਮ ਦੇ ਜਿਹੜੇ ਮਾਰਟਨ ਲੂਥਰ ਕਿੰਗ ਦੇ ਨਾਲ ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀਗੇ ਜਿਹੜੇ ਇਸ ਟਾਈਮ ਜੀਂਦੇ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਜਿਹੜੇ ਗਵਰਨਰ ਕੁਮੋ ਆ ਉਹਨਾਂ ਦੇ ਜਿਹੜੇ ਹਾਲਾਤ ਆ ਹੋਰ ਵੀ ਮਾੜੇ ਜਿਹੜੇ ਉਹ ਹੁੰਦੇ ਜਾਂਦੇ ਆ। ਇਸ ਮੌਕੇ ਤੀਜੀ ਇੱਕ ਹੋਰ ਔਰਤ ਆ ਉਹ ਸਾਹਮਣੇ ਆਈ ਆ ਜਿਸ ਨੇ ਕਿਹਾ ਆ ਵੀ 2019 ਦੇ ਵਿੱਚ ਉਸ ਟਾਈਮ ਦੇ ਉੱਤੇ ਗਵਰਨਰ ਕੁਮੋ ਆ ਉਹਨਾਂ ਨੇ ਅਨਵਾਂਟਿਡ ਐਡਵਾਂਸਿਸ ਜਿਹੜੇ ਆ ਉਹਨਾਂ ਦੇ ਵੱਲ ਨੂੰ ਜਿਹੜੇ ਉਹ ਕੀਤੇ ਆ। ਸੋ ਹੁਣ 3 ਔਰਤਾਂ ਦੇ ਦੁਆਰਾ ਇਹ ਗਵਰਨਰ ਕੁਮੋ ਦੇ ਉੱਤੇ ਇਹ ਦੋਸ਼ ਆ ਉਹ ਲੱਗ ਚੁੱਕੇ ਹੋਏ ਆ, ਜਿਨ੍ਹਾਂ ਦੇ ਵਿੱਚੋਂ 2 ਸੈਕਸ਼ੂਅਲ ਹਰਾਸਮੈਂਟ ਐਲੀਗੇਸ਼ਨਸ ਜਿਹੜੀਆਂ ਆ ਉਹ ਚੱਲ ਰਹੀਆਂ ਆ। ਸੋ ਲਗਾਤਾਰ ਐਸਕਲੇਸ਼ਨ ਇਸ ਮੁੱਦੇ ਦੀ ਜਿਹੜੀ ਇਸ ਟਾਈਮ ਵੱਧ ਰਹੀ ਹੈਗੀ ਆ। ਸੋ ਚੌਂਚ ਫੇਰਿਓ ਹੁਣ ਇਸ ਦੇ ਉੱਤੇ ਕਾਫੀ ਜ਼ਿਆਦਾ ਦਬਾਅ ਹੈਗਾ ਆ। ਆਲਰੇਡੀ ਬਜ਼ੁਰਗਾਂ ਨੂੰ ਮਰਨ ਦੇ ਲਈ ਛੱਡਣ ਵਾਲਾ ਇਹ ਵੀ ਜਿਹੜੇ ਦੋਸ਼ ਇਸ ਦੇ ਉੱਤੇ ਜਿਹੜੇ ਆ ਕੁਮੋ ਦੇ ਉੱਤੇ ਉਹ ਲੱਗ ਰਹੇ ਨੇ। ਅਤੇ ਹੁਣ ਨਾਲ ਦੇ ਨਾਲ ਇਹ ਜਿਹੜੇ ਦੋਸ਼ ਆ ਉਹ ਇਸ ਦੇ ਲਈ ਲੱਗ ਰਿਹਾ ਆ ਵੀ ਇਸ ਦੇ ਕਰੀਅਰ ਦਾ ਪਤਨ ਜਿਹੜਾ ਆ ਉਸ ਦੇ ਵੱਲ ਨੂੰ ਇਹ ਲੈ ਕੇ ਜਾਣਗੇ। ਇਹ ਹੁਣ ਦੇਖਦੇ ਹਾਂ ਵੀ ਜਿਹੜੀ ਇਸ ਨੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕਰਨ ਦੀ ਜਿਹੜੀ ਗੱਲ ਆਖੀ ਆ
ਉਸ ਦੇ ਵਿੱਚ ਹੋਰ ਕੀ ਨਿਕਲ ਕੇ ਆਉਂਦਾ ਆ। ਨਿਊਯਾਰਕ ਦੇ ਅਟਰਨੀ ਜਨਰਲ ਆ, ਉਹਨਾਂ ਨੇ ਆਲਰੇਡੀ ਕਿਹਾ ਆ ਵੀ ਉਹ ਸਟਾਰਟ ਕਰਨਗੇ ਇਨਵੈਸਟੀਗੇਸ਼ਨ ਕਿਊਮੋ ਦੇ ਵਿਰੁੱਧ, ਵੀ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਇਹ ਐਲੀਗੇਸ਼ਨ ਇਸ ਟਾਈਮ ਲੱਗ ਰਹੇ ਹੈਗੇ ਆ, ਜਦ ਕਿ ਹੁਣ ਜੋ ਤੀਜਾ ਅਕਿਊਜ਼ਰ ਵੀ ਉਹ ਇਸ ਟਾਈਮ ਸਾਹਮਣੇ ਆ ਚੁੱਕਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਪਹਿਲੀਆਂ 2 ਔਰਤਾਂ ਨੇ ਇਹ ਦੋਸ਼ ਇਸ ਦੇ ਉੱਤੇ ਲਗਾਏ ਸੀਗੇ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹਨਾਂ ਨੇ ਕਿਹਾ ਸੀਗਾ ਵੀ ਜੇ ਕੋਈ ਹੋਰ ਵੀ ਹੋਵੇ ਤਾਂ ਉਹ ਅੱਗੇ ਆਵੇ। ਸੋ ਇੱਕ ਹੋਰ ਜਿਹੜੀ ਔਰਤ ਆ ਉਹ ਹੁਣ ਸਾਹਮਣੇ ਆਈ ਆ ਅਤੇ ਉਸ ਨੇ ਇਹ ਦੋਸ਼ ਲਾਏ ਆ, ਅਤੇ ਇਹ ਵੀ ਉਹਨਾਂ ਦੇ ਹੀ ਨਾਲ ਕਿਤੇ ਨਾ ਕਿਤੇ ਕੰਮ ਕਰਦੀ ਰਹੀ ਸੀਗੀ। ਸੋ ਹਾਲ ਦੀ ਘੜੀ ਤੱਤੇ ਪਾਣੀ ਨਹੀਂ, ਹੁਣ ਤਾਂ ਉਬਲਦੇ ਪਾਣੀ ਦੇ ਵਿੱਚ ਲੱਗਦਾ ਵੀ ਐਂਡਰਿਊ ਕਿਊਮੋ ਪਹੁੰਚ ਚੁੱਕੇ ਆ। ਜੀ ਬਿਲਕੁਲ। ਹੁਣ ਕੁਛ ਜਿਹੜੇ ਡੈਮੋਕ੍ਰੈਟਿਕ ਪੋਲੀਟੀਸ਼ੀਅਨ ਆ ਉਹ ਸਟੇਟ ਦੇ ਵਿੱਚ ਵੀ ਜਿਹੜੇ ਆ ਐਂਡਰਿਊ ਕੁਓਮੋ ਦੇ ਉਲਟ ਉਹਨਾਂ ਨੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਆ ਅਤੇ ਉਹਨਾਂ ਤੋਂ ਜਿਹੜੀ ਅਸਤੀਫੇ ਦੀ ਮੰਗ ਕੀਤੀ ਹੈਗੀ ਆ। ਈਵਨ ਨੈਂਸੀ ਪੈਲੋਸੀ ਵੀ ਕਹਿ ਰਹੀ ਆ ਵੀ ਕੁਛ ਨਾ ਕੁਛ ਜਿਹੜਾ ਇਹਦੇ ਵਿੱਚ ਸੱਚ ਲੱਗਦਾ ਹੈਗਾ ਜੋ ਜਿਹੜੀਆਂ ਬੀਬੀਆਂ ਇਹ ਬੋਲ ਰਹੀਆਂ ਹੈਗੀਆਂ। ਅਤੇ ਅਗਲੀ ਖਬਰ ਵੱਲ ਚੱਲੀਏ। ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਸ਼ੀਆ ਦੇ ਅਗੇਂਸਟ ਜਿਹੜੀਆਂ ਸੈਂਕਸ਼ਨਜ਼ ਰਸ਼ੀਆ ਨੂੰ ਸੈਂਕਸ਼ਨਜ਼ ਕੀਤਾ ਹੈਗਾ ਆ ਨੈਵਲਿਨ ਪੁਆਇਜ਼ਨਿੰਗ ਕੇਸ ਦੇ ਵਿੱਚ, ਕਿਉਂਕਿ ਤੁਹਾਨੂੰ ਯਾਦ ਹੋਊਗਾ ਆਪਾਂ ਪਿਛਲੇ ਮਹੀਨਿਆਂ 'ਚ ਵੀ ਖਬਰਾਂ ਇਹ ਕਵਰ ਕੀਤੀਆਂ ਸੀਗੀਆਂ ਕਿਸ ਤਰ੍ਹਾਂ ਅਲੈਕਸੀ ਨੈਵਲਿਨ ਜਿਹੜਾ ਆ ਓਪੋਜੀਸ਼ਨ ਦਾ ਉੱਥੇ ਲੀਡਰ ਆ ਰਸ਼ੀਆ ਦੇ ਵਿੱਚ, ਉਹਨੂੰ ਰਸ਼ੀਆ ਦੀ ਜਿਹੜੀ ਜਿਹੜੇ ਸਰਕਾਰ ਆ ਉਹਨਾਂ ਵੱਲੋਂ ਹੀ ਇੱਕ ਤਰ੍ਹਾਂ ਨਾਲ ਜ਼ਹਿਰ ਦਿੱਤੀ ਗਈ ਸੀ। ਉਹ ਤੋਂ ਬਾਅਦ ਉਹਨਾਂ ਨੂੰ ਜਰਮਨ ਲਿਜਾਇਆ ਗਿਆ ਅਤੇ ਉੱਥੇ ਉਹ ਠੀਕ ਠਾਕ ਹੋ ਗਿਆ। ਮੁੜ ਕੇ ਆ ਕੇ ਜਦੋਂ ਵਾਪਸ ਆਏ ਫਿਰ ਉਹਦੇ ਉੱਤੇ ਜਿਹੜੇ ਆ ਉਹਨੂੰ ਅੰਦਰ ਕਰ ਦਿੱਤਾ ਗਿਆ, ਚਾਰਜਸ ਲਾਏ ਗਏ, ਕਾਫੀ ਪ੍ਰੋਟੈਸਟ ਵੀ ਹੋਏ। ਸੋ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪਹਿਲਾ ਜਿਹੜਾ ਸਖਤ ਸਟੈਪ ਲਿਆ ਹੈਗਾ ਆ, ਮਾਸਕੋ ਨੂੰ ਅਕਾਊਂਟੇਬਲ ਕੀਤਾ ਹਿਊਮਨ ਰਾਈਟਸ ਅਬਿਊਜ਼ਸ ਦੇ ਲਈ। ਸੋ ਹੋਪਫੁਲੀ ਜਿੱਦਾਂ ਰਸ਼ੀਆ ਨੂੰ ਕੀਤਾ, ਹੁਣ ਆਉਣ ਵਾਲੇ ਸਮੇਂ 'ਚ ਇੰਡੀਆ 'ਚ ਆਪਾਂ ਦੇਖਿਆ ਵੀ ਕਿੰਨਾ ਉੱਥੇ ਜ਼ੁਲਮ ਹੋ ਰਿਹਾ ਹੈਗਾ ਆ, ਉਹਦੇ ਅਗੇਂਸਟ ਵੀ ਕੋਈ ਨਾ ਕੋਈ ਜਿਹੜੀ ਇੱਥੇ ਦੀ ਸਰਕਾਰ ਕਰੂਗੀ। ਅੱਜ ਤੁਸੀਂ ਖਬਰਾਂ ਸੁਣੀਆਂ ਹੀ ਹੋਣੀਆਂ ਕਿਸ ਤਰ੍ਹਾਂ ਇੱਕ ਜਿਹੜੀ ਹਾਥਰਸ ਕੇਸ ਵਾਲੀ ਬੀਬੀ ਸੀ, ਉਹਦੇ ਫਾਦਰ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਜਿਹੜਾ ਬੰਦਾ ਸੀਗਾ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ। ਕਿੰਨਾ ਗੁੰਡਾਗਰਦੀ ਉਸ ਮੁਲਕ ਦੇ ਵਿੱਚ ਚੱਲ ਰਹੀ ਹੈਗੀ ਜੀ। ਹਾਲਾਤ ਬਦ ਤੋਂ ਬੱਤਰ ਜਿਹੜੇ ਆ ਉੱਥੇ ਲਗਾਤਾਰ ਬਣਦੇ ਜਾ ਰਹੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, FBI ਦੇ ਡਾਇਰੈਕਟਰ ਕ੍ਰਿਸਟੋਫਰ ਵਰੇ, ਉਹਨਾਂ ਨੇ ਅੱਜ ਜਿਹੜੇ ਆ ਇੱਕ ਹੀਅਰਿੰਗ ਦੇ ਦੌਰਾਨ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ, ਕਹਿੰਦੇ ਵੀ ਕੈਪੀਟਲ ਅਟੈਕ ਦੀ ਰਾਅ ਵਾਰਨਿੰਗ ਜਿਹੜੀ ਆ ਉਹ ਦਿੱਤੀ ਗਈ ਸੀਗੀ ਮਲਟੀਪਲ ਟਾਈਮਸ। ਕਾਫੀ ਵਾਰੀ ਜਿਹੜੀ ਪੁਲਿਸ ਦੇ ਨਾਲ ਇਹ ਸੂਚਨਾ ਉਹਨਾਂ ਨੂੰ ਦਿੱਤੀ ਗਈ ਸੀ ਵੀ ਇੱਦਾਂ ਦੀ ਹਿੰਸਾ ਜਿਹੜੀ ਉੱਥੇ ਸ਼ਾਇਦ ਹੋ ਸਕਦੀ ਆ। ਹੁਣ ਕਿੱਥੇ ਇਹ ਫੇਲੀਅਰ ਆ ਜਿਸ ਕਰਕੇ US ਦੀ ਕੈਪੀਟਲ ਆ ਉਹ ਬਰੀਚ ਹੋਈ, ਉੱਥੇ ਜਿਹੜੇ ਆ ਉਹ ਦੰਗਾਈ ਜਿਹੜੇ ਆ ਹਿੰਸਾ ਕਰਨ ਵਾਲੇ ਪਹੁੰਚੇ। 5 ਜਾਣਿਆਂ ਦੀ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਮੌਤ ਹੋਈ ਅਤੇ ਆਪਾਂ ਦੇਖ ਰਹੇ ਹਾਂ ਵੀ ਉਸ ਟਾਈਮ ਦੇ ਉੱਤੇ ਜਿਹੜੇ ਰਾਸ਼ਟਰਪਤੀ ਇਲੈਕਸ਼ਨ ਹਾਰ ਗਏ ਉਹ ਝੂਠ ਬੋਲਦੇ ਰਹੇ, ਅਤੇ ਅਜੇ ਵੀ CPAC ਦੇ ਵਿੱਚ ਉਹੀ ਝੂਠ ਜਿਹੜਾ ਉਹਨਾਂ ਨੇ ਫਿਰ ਬੋਲਿਆ। ਉਹਨਾਂ ਨੇ ਜਿਹੜਾ ਡੋਮੈਸਟਿਕ ਟੈਰਰਿਜ਼ਮ ਆ ਉਸ ਨੂੰ ਜਿਹੜਾ ਆ ਇਸ ਟਾਈਮ ਕਿਹਾ ਵੀ ਇਹ ਇਸ ਟਾਈਮ ਸਭ ਤੋਂ ਵੱਡੀ ਚੁਣੌਤੀ ਅਤੇ ਸਭ ਤੋਂ ਵੱਡਾ ਜਿਹੜਾ ਖਤਰਾ ਆ ਉਹ ਅਮਰੀਕਾ ਦੇ ਲਈ ਬਣ ਕੇ ਜਿਹੜਾ ਉੱਭਰ ਕੇ ਆ ਰਿਹਾ, ਜਿਹੜੇ ਖਾਸ ਕਰਕੇ ਐਕਸਟਰੀਮਿਸਟ ਇਸ ਤਰੀਕੇ ਦੇ ਜਿਹੜੇ ਵਿਊ ਆ ਉਹ ਰੱਖਦੇ ਨੇ। ਕੁਛ ਜਿਹੜੇ ਸਰਕਾਰ ਦੇ ਵਿਰੋਧੀ ਨੇ, ਕੁਛ ਲਾ ਇਨਫੋਰਸਮੈਂਟ ਦੀ ਓਵਰ ਰੀਚ ਨੂੰ ਲੈ ਕੇ ਆ, ਰੇਸਿਜ਼ਮ, ਐਂਟੀ ਸੈਮਿਟਿਜ਼ਮ, ਇਸਲਾਮੋਫੋਬੀਆ, ਹੋਰ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਜਾਂ ਉਹਨਾਂ ਵਿਚਾਰਧਾਰਾਵਾਂ ਦੇ ਨਾਲ ਜੁੜੇ ਹੋਏ ਲੋਕ ਆ ਉਹ ਅਮਰੀਕਾ ਦੇ ਲਈ ਓਵਰਆਲ ਖਤਰੇ ਦੇ ਵਜੋਂ ਜਿਹੜੇ ਆ ਉਹ ਬਣ ਕੇ ਉੱਭਰ ਰਹੇ ਹੈਗੇ ਆ। ਸੋ ਆਪਾਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਹ ਘਟਨਾ ਜਿਹੜੀ ਉਹ ਵਾਪਰੀ ਆ। ਆਪਾਂ ਦੇਖਿਆ ਵੀ ਉਸ ਟਾਈਮ ਦੇ ਉੱਤੇ ਜਿਹੜੀ ਸਰਕਾਰ ਆ ਜਦੋਂ ਬਲੈਕ ਲਾਈਵ ਮੈਟਰਸ ਵਾਲੇ ਪ੍ਰੋਟੈਸਟ ਕਰਦੇ ਸੀ ਅਤੇ ਨਾਲ ਜਦੋਂ ਉਹਨਾਂ ਦੇ ਦੁਆਰਾ ਜਿਹੜੀ ਹਿੰਸਾ ਕੀਤੀ ਜਾਂਦੀ ਸੀ, ਉਦੋਂ ਜਿਹੜੀ ਉਹ ਐਡਮਿਨਿਸਟ੍ਰੇਸ਼ਨ ਆ ਉਹ ਇਹਨਾਂ ਨੂੰ ਕਹਿੰਦੀ ਸੀ ਵੀ ਇਹ ਇੱਕ ਅੱਤਵਾਦੀ ਜਥੇਬੰਦੀ ਆ। ਸੋ ਉੱਦਾਂ ਦੀਆਂ ਆਪਾਂ ਨੂੰ ਗੱਲਾਂ ਜਿਹੜੀਆਂ ਸੁਣਨ ਨੂੰ ਮਿਲੀਆਂ ਸੀਗੀਆਂ, ਪਰ ਹਾਲ ਦੀ ਘੜੀ ਇਹ ਜਿਹੜੇ ਮਾਮਲੇ ਦੇ ਵਿੱਚ ਉਹੀ ਲੋਕ
ਉਹ ਕਿਤੇ ਨਾ ਕਿਤੇ ਜਿਹੜੇ ਉਹ ਚੁੱਪੀ ਧਾਰੀ ਬੈਠੇ ਹੋਏ ਆ, ਜਿਸ ਦੇ ਵਿੱਚ 5 ਲੋਕਾਂ ਦੀ ਇਸ ਟਾਈਮ ਮੌਤ ਵੀ ਹੋ ਗਈ ਤੇ US ਦੀ ਕੈਪੀਟਲ ਦੇ ਉੱਤੇ ਐਡਾ ਵੱਡਾ ਉਸ ਟਾਈਮ ਦੇ ਉੱਤੇ ਇਹਨਾਂ ਨੇ ਹਮਲਾ ਵੀ ਜਿਹੜਾ ਇਹ ਕੀਤਾ। ਸੋ ਇਹ ਹੁਣ ਕ੍ਰਿਸਟੋਫਰ ਵਰੇ ਤਾਂ ਰਾਸ਼ਟਰਪਤੀ ਟਰੰਪ ਦੇ ਦੁਆਰਾ ਹੀ ਜਿਹੜਾ ਇਹਨਾਂ ਨੂੰ FBI ਦੇ ਜਿਹੜੇ ਮੁਖੀ ਦੇ ਵਜੋਂ ਜਿਹੜਾ ਉਹ ਲਗਾਇਆ ਗਿਆ ਸੀਗਾ। ਹੁਣ ਉਹੀ ਇਹ ਚੀਜ਼ ਨੂੰ ਜਿਹੜਾ ਉਹ ਦੱਸ ਰਹੇ ਨੇ, ਗਰਦਾਨ ਰਹੇ ਨੇ ਵੀ ਕਿਤੇ ਨਾ ਕਿਤੇ ਜਿਹੜੇ ਖਤਰੇ ਵਾਲੀ ਗੱਲ ਆ ਅਮਰੀਕਾ ਦੇ ਲਈ ਬਣੀ ਹੋਈ ਆ। ਸੋ ਆਉਣ ਵਾਲਾ ਸਮਾਂ ਕਿੱਦਾਂ ਦਾ ਜਿਹੜਾ ਉਹ ਰਹੂਗਾ, ਇਹ ਹੁਣ ਦੇਖਣ ਵਾਲੀ ਗੱਲ ਆ। ਕਿ ਲੋਕਾਂ ਦੇ ਵਿੱਚ ਇੱਦਾਂ ਦੇ ਜਿਹੜੇ ਵਿਊਜ਼ ਆ ਉਸ ਦੇ ਵਿੱਚ ਕੋਈ ਗਿਰਾਵਟ ਆਉਣ ਦੀ ਸੰਭਾਵਨਾ ਹੈਗੀ ਆ ਕਿ ਨਹੀਂ, ਇਹ ਇਸ ਟਾਈਮ ਵੱਡੀ ਜਿਹੜੀ ਚੁਣੌਤੀ ਆ ਉਹ ਅਮਰੀਕਾ ਦੇ ਲਈ ਬਣੀ ਹੋਈ ਹੈਗੀ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਆਪਣੀ ਗੋਲਡਨ ਸਟੇਟ ਤੋਂ। ਬਹੁਤ ਹੀ ਮਾੜੀ ਖਬਰ ਆ। 15 ਜਣਿਆਂ ਦੀ ਅੱਜ ਮੌਤ ਹੋ ਗਈ। ਹੁਣ ਤੋਂ ਥੋੜ੍ਹੇ ਮਿੰਟ ਪਹਿਲਾਂ ਦੀ ਇਹ ਜਿਹੜੀ ਬ੍ਰੇਕਿੰਗ ਨਿਊਜ਼ ਆ। 15 ਜਣੇ ਇੱਕ SUV ਦੇ ਵਿੱਚ US ਮੈਕਸੀਕੋ ਬਾਰਡਰ ਦੇ ਲਾਗੇ ਜਾ ਰਹੇ ਸੀ, ਜਦੋਂ ਬਿਗ ਰਿਗ ਜਿਹੜਾ ਵੱਡਾ ਟਰੱਕ ਆ ਉਹਨਾਂ ਦੇ ਵਿੱਚ ਲੱਗਾ ਤੇ 15 ਜਣਿਆਂ ਦੀ ਮੌਕੇ ਦੇ ਉੱਤੇ ਹੀ ਜਿਹੜੀ ਮੌਤ ਹੋ ਗਈ ਹੈਗੀ ਆ। ਇਹ CHP ਨੇ, ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਜਿਹੜੇ ਆਫੀਸਰਸ ਆ, ਉਹਨਾਂ ਨੇ ਦੱਸਿਆ ਵੀ ਹਾਈਵੇ 115 ਤੇ ਨੌਰਸ ਰੋਡ ਜਿਹੜੀ ਹੌਟਵਿਲ ਟਾਊਨ ਆ 125 ਮੀਲ ਈਸਟ ਆਫ ਸੈਨ ਡੀਗੋ, ਉੱਥੇ ਇਹ ਜਿਹੜੀ ਘਟਨਾ ਵਾਪਰੀ ਹੈਗੀ ਆ। ਕੁਛ 7 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਐਲ ਸੈਂਟਰੋ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਵੀ ਲਿਜਾਇਆ ਗਿਆ ਹੈਗਾ ਆ। ਤੇ ਡੈਜ਼ਰਟ ਰੀਜਨਲ ਮੈਡੀਕਲ ਸੈਂਟਰ ਨੇ ਕਨਫਰਮ ਕੀਤਾ 3 ਪੇਸ਼ੈਂਟ ਉੱਥੇ ਵੀ ਗਏ ਆ। ਇੰਪੀਰੀਅਲ ਕਾਉਂਟੀ ਦੀ ਜਿਹੜੀ ਫਾਇਰ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਇਹ ਐਡਾ ਖਤਰਨਾਕ ਕ੍ਰੈਸ਼ ਸੀਗਾ ਜਿਹਦੇ ਕਰਕੇ ਸਾਨੂੰ ਸੈਕੰਡ ਅਲਾਰਮ ਰਿਸਪੌਂਸ ਕਰਨਾ ਪਿਆ। 25 ਦੇ ਕਰੀਬ ਐਡੀਸ਼ਨਲ ਜਿਹੜੇ ਪਰਸਨਲ ਆ ਉਸ ਇਸ ਜਿਹੜੀ ਘਟਨਾ ਵਾਲੀ ਜਗ੍ਹਾ ਆ ਉੱਥੇ ਭੇਜਣੇ ਪਏ ਤੇ ਬਹੁਤ ਸਾਰੇ ਲੋਕਾਂ ਨੂੰ ਹੈਲੀਕਾਪਟਰ ਦੇ ਨਾਲ ਵੀ ਉਠਾ ਕੇ ਜਿਹੜਾ ਹਸਪਤਾਲ ਲਿਜਾਇਆ ਗਿਆ। ਪਰ 15 ਲੋਕਾਂ ਦੀ ਜਿਹੜੀ ਮੌਤ ਆ ਉਹ ਕਨਫਰਮ ਹੋ ਗਈ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, $1.9 ਟ੍ਰਿਲੀਅਨ ਦਾ ਕੋਵਿਡ ਦੇ ਨਾਲ ਸੰਬੰਧਿਤ ਜਿਹੜਾ ਏਡ ਬਿੱਲ ਹੈਗਾ ਆ, ਉਹ ਕਹਿੰਦੇ ਆ ਵੀ ਸੈਨੇਟ ਦੇ ਵਿੱਚ ਕੱਲ੍ਹ ਨੂੰ ਬੁੱਧਵਾਰ ਤਾਈਂ ਵੀ ਜਿਹੜਾ ਕਹਿੰਦੇ ਵੀ ਇਸ ਨੂੰ ਪੇਸ਼ ਕੀਤਾ ਜਾ ਸਕਦਾ ਆ। ਹਾਲ ਦੀ ਘੜੀ ਅਜੇ ਵੀ ਕੁਛ ਜਿਹੜੇ ਡੈਮੋਕ੍ਰੇਟਸ ਆ ਉਹ ਚਾਹੁੰਦੇ ਨੇ ਵੀ ਇਸ ਦੇ ਵਿੱਚ ਜਿਹੜਾ $15 ਮਿਨੀਮਮ ਵੇਜ ਦਾ ਮਸਲਾ ਆ ਉਹ ਇਸ ਦੇ ਵਿੱਚ ਜਿਹੜਾ ਉਹ ਰਵੇ। ਅਤੇ ਹੁਣ ਕਹਿੰਦੇ ਜਿਹੜੇ ਸੈਨੇਟ ਦੇ ਡੈਮੋਕ੍ਰੇਟਸ ਆ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਇਸ ਬਿੱਲ ਦੇ ਤਹਿਤ ਆਈ ਥਿੰਕ $400 ਜਾਂ $300 ਕੁਛ ਹੈਗੇ ਆ, ਉਸ ਨੂੰ ਜਿਹੜਾ ਆ ਉਹ ਬਰਕਰਾਰ ਜਿਹੜਾ ਉਹ ਰੱਖਿਆ ਜਾ ਸਕੇ। ਸੋ ਆਈ ਥਿੰਕ $15 ਵਾਲਾ ਤਾਂ ਕਿਤੇ ਨਾ ਕਿਤੇ ਉਹ ਤਾਂ ਹੁਣ ਸ਼ਾਇਦ ਇਸ ਬਿੱਲ ਦੇ ਵਿੱਚ ਨਹੀਂ ਜਿਹੜਾ ਉਹ ਰਹੇਗਾ, ਕਿਉਂਕਿ ਸਾਰੇ ਜਾਣੇ ਇਹ ਮੰਨ ਗਏ ਆ ਵੀ ਉਸ ਦੇ ਨਾਲ ਇਸ ਬਿੱਲ ਨੂੰ ਪਾਸ ਕਰਨਾ ਅਸੰਭਵ ਜਿਹਾ ਜਿਹੜਾ ਉਹ ਜਾਪਦਾ ਹੈਗਾ ਆ। ਸੈਨੇਟਰ ਮੈਨਚਨ ਇਸ ਟਾਈਮ ਪੂਰਾ ਪਾਵਰ ਪਲੇ ਜਿਹੜਾ ਉਹ ਦਿਖਾ ਰਹੇ ਨੇ। ਉਹਨਾਂ ਨੇ ਕਿਹਾ ਵੀ $300 ਜਿੱਦਾਂ ਸੀਗਾ ਵੀ ਇਹ ਕੰਸਿਸਟੈਂਟ ਹੈਗਾ ਆ ਜੋ ਆਪਾਂ ਪਹਿਲੋਂ ਕਰਦੇ ਆ ਰਹੇ ਹਾਂ, ਅਤੇ ਆਈ ਥਿੰਕ ਉਸ ਦੇ ਵਿੱਚ ਬੰਪ ਕਰਨਾ ਕੋਈ ਜ਼ਿਆਦਾ ਜਿਹੜਾ ਕੰਮ ਕੋਈ ਠੀਕ ਨਹੀਂ ਹੈਗਾ। ਸੋ ਹੁਣ ਦੇਖਣਾ ਹੋਊਗਾ ਵੀ ਜਿਹੜੇ ਡੈਮੋਕ੍ਰੇਟਸ ਆ ਕੀ ਉਹ ਆਪਣੀ ਪਾਰਟੀ ਦੇ ਲੋਕਾਂ ਨੂੰ ਇਸ ਬਿੱਲ ਦੇ ਪਿੱਛੇ ਪੂਰੀ ਤੌਰ ਦੇ ਉੱਤੇ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੋ ਸਕਣਗੇ ਜਾਂ ਨਹੀਂ। ਡਿਬੇਟ ਕਹਿੰਦੇ ਆ ਵੀ ਇਸ ਬਿੱਲ ਦੇ ਪੇਸ਼ ਹੋਣ ਤੋਂ ਪਹਿਲਾਂ, ਫਲੋਰ ਦੇ ਵਿੱਚ ਪੇਸ਼ ਹੋਣ ਤੋਂ ਪਹਿਲਾਂ 24 ਘੰਟੇ ਪਹਿਲਾਂ ਜਿਹੜਾ ਉਸ ਦਾ ਸ਼ੁਰੂ ਹੋ ਸਕਦਾ ਹੈ। ਸੋ ਹੋ ਸਕਦਾ ਵੀ ਅੱਜ ਇਸ ਬਿੱਲ ਦੇ ਉੱਤੇ ਡਿਬੇਟ ਜਿਹੜਾ ਆ ਉਹ ਚਾਲੂ ਹੋ ਜਾਵੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਡਿਬੇਟ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਵੋਟ ਕਰਵਾਈ ਜਾ ਸਕਦੀ ਆ। ਸੋ ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਕਿਹਾ ਆ ਵੀ 14 ਮਾਰਚ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਦੇ ਡੈਸਕ ਦੇ ਉੱਤੇ ਇਹ ਬਿੱਲ ਆ ਉਹ ਪਾਸ ਕਰਕੇ ਘੱਲ ਦਿੱਤਾ ਜਾਵੇਗਾ। 14 ਮਾਰਚ ਉਹੀ ਤਰੀਕ ਆ ਜਿਸ ਦਿਨ ਫੈਡਰਲ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਇਸ ਟਾਈਮ ਜਿਹੜੇ ਅਨਇੰਪਲਾਇਡ ਲੋਕ ਆ ਉਹਨਾਂ ਨੂੰ ਜਿਹੜੀ ਐਕਸਟਰਾ ਸਹੂਲਤ ਸਰਕਾਰ ਵੱਲੋਂ ਮਿਲ ਰਹੀ ਆ ਉਹ ਜਿਹੜੀ ਉਹ ਖਤਮ ਹੋਵੇਗੀ। ਇਸ ਤੋਂ ਪਹਿਲਾਂ ਪੈਨੇਡੈਮਿਕ ਦੇ ਸ਼ੁਰੂਆਤ ਦੇ ਵਿੱਚ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਲਾਸਟ ਈਅਰ ਦੇ ਵਿੱਚ ਇੱਕ ਹੋਰ ਬਿੱਲ ਜਿਹੜਾ ਉਹ ਪਾਸ ਕੀਤਾ ਸੀ ਜਿਸ ਦੇ ਵਿੱਚ $300 ਐਕਸਟਰਾ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਪੈਨੇਡੈਮਿਕ ਰਿਕਵਰੀ ਦੇ ਤਹਿਤ ਲੋਕਾਂ ਨੂੰ ਉਹ ਦਿੱਤੇ ਗਏ ਸੀਗੇ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਹਫ਼ਤੇ ਦੇ ਵਿੱਚ ਲੱਗਦਾ ਆ ਵੀ ਕੁਛ ਨਾ ਕੁਛ ਕਲੈਰਿਟੀ ਆ ਜਾਵੇਗੀ ਵੀ ਇਹ ਜਿਹੜਾ $1.9 ਟ੍ਰਿਲੀਅਨ ਦਾ ਇਹ ਕੋਵਿਡ ਰਿਲੀਫ ਬਿੱਲ ਪੈਕੇਜ ਹੈਗਾ ਆ, ਇਸ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਜਿਹੜੀਆਂ ਆ ਉਹ ਆਪਣੀ ਫਿਨਿਸ਼ ਲਾਈਨ ਆ ਉਸ ਨੂੰ ਪਾਰ ਕਰ ਸਕਦੀਆਂ ਆ, ਉਹ ਲੋਕਾਂ ਤੱਕ ਪਹੁੰਚਣਗੀਆਂ ਅਤੇ ਜਾਂ ਕੁਛ ਇਸ ਦੇ ਵਿੱਚੋਂ ਜਿਹੜੀਆਂ ਉਹ ਕੱਢਣੀਆਂ ਪੈਣਗੀਆਂ ਜਾਂ ਉਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਆਉਣਗੀਆਂ। ਹਾਊਸ ਨੇ ਆਲਰੇਡੀ ਇਸ ਬਿੱਲ ਨੂੰ ਉਹ ਪਾਸ ਕਰ ਦਿੱਤਾ ਹੈਗਾ ਆ।
ਜੀ ਬਿਲਕੁਲ, ਫੂਡ ਸਟੈਂਪ ਰੈਸੀਪੀਐਂਟਸ ਜਿਹੜੇ ਹੈਗੇ ਆ, ਉਹਨਾਂ ਨੂੰ 15% ਐਕਸਟਰਾ ਜਿਹੜੇ ਬੈਨੀਫਿਟ ਮਿਲੂਗੇ। ਇਸ ਬਿੱਲ ਦੇ ਵਿੱਚ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੀ ਜਿਹੜੀ ਡੇਟ ਹੈਗੀ ਆ, ਸੈਕਿੰਡ ਲੋਨ ਲੈਣ ਦੀ ਜਿਹੜੇ ਬਿਜ਼ਨਸਿਸ ਆ ਜਿਨ੍ਹਾਂ ਦਾ 25% ਤੋਂ ਵੱਧ ਬਿਜ਼ਨਸ ਘਟਿਆ ਹੈਗਾ ਪਿਛਲੇ ਸਾਲ ਦੇ ਦੌਰਾਨ, ਉਹਨਾਂ ਨੂੰ ਜਿਹੜੀ ਮਾਰਚ 31 ਹੀ ਲਾਸਟ ਡੇਟ ਹੋਊਗੀ। ਪਰ ਉਸ ਪ੍ਰੋਗਰਾਮ ਦੇ ਅੰਡਰ $7 ਬਿਲੀਅਨ ਹੋਰ ਐਡ ਕੀਤਾ ਗਿਆ, ਪਰ ਉਹ ਡੇਟ ਜਿਹੜੀ ਆ ਐਕਸਟੈਂਡ ਨਹੀਂ ਕੀਤੀ ਜਾਊਗੀ। ਜਿਸ ਤਰ੍ਹਾਂ ਅਵਿਕਸ਼ਨ ਵਗੈਰਾ ਦੀ ਜਿਹੜੀ ਖਾਸ ਕਰਕੇ ਕਮਰਸ਼ੀਅਲ ਬਿਜ਼ਨਸਿਸ ਦੀ ਹੈਗੀ ਆ, ਉਹ ਮਾਰਚ 31 ਹੀ ਰਹੂਗੀ। ਇਸ ਬਿੱਲ ਦੇ ਵਿੱਚ $19.1 ਬਿਲੀਅਨ ਸਟੇਟ ਤੇ ਲੋਕਲ ਗਵਰਨਮੈਂਟਸ ਨੂੰ ਲੋ ਇਨਕਮ ਹਾਊਸ ਹੋਲਡ ਕਵਰ ਬੈਕ ਰੈਂਟ ਅਸਿਸਟੈਂਸ ਦੇ ਲਈ, ਯੂਟਿਲਿਟੀ ਬਿੱਲ ਦੇ ਲਈ, ਤੇ $10 ਬਿਲੀਅਨ ਜਿਹੜੇ ਆ ਘਰਾਂ ਵਾਲੇ ਜਿਹੜੇ ਪੇਮੈਂਟ ਨਹੀਂ ਦੇ ਸਕਦੇ, ਜਿਨ੍ਹਾਂ ਦੀ ਲੋ ਇਨਕਮ ਆ, ਉਹਨਾਂ ਦੀ ਯੂਟਿਲਿਟੀ ਤੇ ਪ੍ਰੋਪਰਟੀ ਟੈਕਸ ਦੇ ਲਈ ਇਨਕਲੂਡ ਕੀਤਾ ਗਿਆ ਹੈਗਾ ਆ। $5 ਬਿਲੀਅਨ ਜਿਹੜਾ ਆ ਸਟੇਟਸ ਨੂੰ ਦੇਣਾ ਆ ਲੋਕਲ ਗਵਰਨਮੈਂਟਸ ਨੂੰ ਹੈਲਪ ਕਰਨ ਦੇ ਲਈ, ਤਾਂ ਕਿ ਜਿਹੜੀ ਹੋਮਲੈਸਨੈਸ ਆ ਉਹਨੂੰ ਜਿਹੜਾ ਆ ਕੰਟਰੋਲ ਕੀਤਾ ਜਾ ਸਕੇ। ਜੀ ਬਿਲਕੁਲ। ਸੋ ਸਪੈਂਡਿੰਗ ਇਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਉਹ ਹੋਊਗੀ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਹਾਂ, ਸਟੇਟ ਨੂੰ ਅਤੇ ਜਿਹੜੀਆਂ ਸਿਟੀਜ਼ ਆ, ਲੋਕਲ ਗੌਰਮੈਂਟਸ ਆ ਅਤੇ ਸਕੂਲਸ ਨੂੰ ਵੀ ਕਾਫੀ ਬਿਲੀਅਨਸ ਦੇ ਡਾਲਰਸ ਦੀ ਰਾਸ਼ੀ ਜਿਹੜੀ ਆ ਉਹ ਪ੍ਰਦਾਨ ਕੀਤੀ ਜਾਊਗੀ। ਅਤੇ ਆਪਾਂ ਹੁਣ ਜਿੱਦਾਂ ਦੇਖ ਰਹੇ ਹਾਂ ਵੀ ਸਕੂਲ ਨੂੰ ਖੋਲ੍ਹਣ ਦੀ ਕਵਾਇਦ ਤੇਜ਼ ਜਿਹੜੀ ਉਹ ਹੋ ਰਹੀ ਆ, ਸੋ ਸਕੂਲਾਂ ਨੂੰ ਵੀ ਇਹ ਰਾਸ਼ੀ ਜਿਹੜੀ ਉਹ ਚਾਹੀਦੀ ਹੋਵੇਗੀ। ਅਤੇ ਨਾਲ ਦੇ ਨਾਲ ਜਿਹੜੇ ਸੂਬੇ ਵੀ ਆ, ਅਤੇ ਨਾਲ ਦੇ ਨਾਲ ਜਿਹੜੇ ਸਿਟੀਜ਼ ਆ, ਕਾਊਂਟੀਜ਼ ਆ, ਉਹਨਾਂ ਦੇ ਵੀ ਬਜਟ ਆ ਜਿਹੜੇ ਉਹ ਕਿਤੇ ਨਾ ਕਿਤੇ ਢਿੱਲੇ ਜਿਹੜੇ ਉਹ ਹੋਏ ਨੇ ਇਸ ਪੂਰੇ ਪੈਂਡੈਮਿਕ ਦੇ ਦੌਰਾਨ। ਉੱਦਾਂ ਇੱਕ ਜਿਹੜੀ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੀ ਇੱਕ ਖਬਰ ਜਿਹੜੀ ਉਹ ਆ ਰਹੀ ਸੀਗੀ ਵੀ ਬੀਤੇ ਸਾਲ ਜਿਹੜੇ ਅਮੀਰ ਲੋਕ ਸੀਗੇ ਹੋਰ ਅਮੀਰ ਹੋਏ ਆ, ਜਿਸ ਕਰਕੇ ਕੈਲੀਫੋਰਨੀਆ ਦੇ ਵਿੱਚ ਸਰਪਲਸ ਜਿਹੜਾ ਆ ਖਾਸ ਕਰਕੇ ਜਿਹੜੇ ਅਮੀਰ ਲੋਕਾਂ ਦੇ ਉੱਤੇ ਜਿਹੜਾ ਟੈਕਸ ਹੁੰਦਾ ਆ ਉਸ ਦੇ ਕਰਕੇ ਜਿਹੜਾ ਉਹ ਹੋ ਸਕਦਾ ਹੈ, ਖਾਸ ਕਰਕੇ ਕੈਪੀਟਲ ਗੇਨਸ ਦੇ ਮਾਮਲੇ 'ਚ। ਹੁਣ ਆਪਾਂ ਦੇਖਦੇ ਹਾਂ ਵੀ ਰੀਅਲ ਸਟੇਟ ਮਾਰਕੀਟ ਕਾਫੀ ਜ਼ਿਆਦਾ ਹੌਟ ਜਿਹੜੀ ਉਹ ਹੈਗੀ ਆ। ਜਿਹੜਾ ਵੀ ਜਿਸ ਨੇ ਪੁਰਾਣਾ ਘਰ ਲਿਆ ਆ ਉਹ ਹੁਣ ਵਾਧੂ ਕੀਮਤ ਦੇ ਉੱਤੇ ਜਿਹੜਾ ਵਿਕ ਰਿਹਾ, ਅਤੇ ਉਹ ਜਿਹੜੀ ਐਕਸਟਰਾ ਕੀਮਤ ਹੁੰਦੀ ਹੈ ਫਿਰ ਉਸ ਦੇ ਉੱਤੇ ਕੈਪੀਟਲ ਗੇਨਸ ਟੈਕਸ ਵੀ ਜਿਹੜਾ ਆ ਉਹ ਲੱਗਦਾ ਆ। ਸੋ ਉਹਦੇ ਨਾਲ ਜਿਹੜੀ ਸਟੇਟ ਆ ਉਸ ਨੂੰ ਵੀ ਜਿਹੜਾ ਉਹ ਫਾਇਦਾ ਆ ਕਿਤੇ ਨਾ ਕਿਤੇ ਪਹੁੰਚ ਰਿਹਾ ਹੈਗਾ ਆ। ਸੋ ਓਵਰਆਲ ਕਿੱਦਾਂ ਦੀ ਸਥਿਤੀ ਹੋਊਗੀ, ਕਿੱਦਾਂ ਦੀ ਨਹੀਂ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਅਤੇ ਜੇ ਹਰਜੋਤ ਸਿੰਘ ਜੀ ਆਪਾਂ ਇਸੇ ਦੇ ਉੱਤੇ ਹੀ ਗੱਲ ਕਰਦੇ ਜਾਈਏ, ਕੱਲ੍ਹ ਮੈਂ ਇੱਕ ਖਬਰ ਪੜ੍ਹ ਰਿਹਾ ਸੀ, ਆਈਡਾਹੋ ਦੇ ਵਿੱਚ ਕਹਿੰਦੇ ਆ ਵੀ ਇੱਕ ਜਿਹਦਾ ਟ੍ਰੇਲਰ ਹੋਮ ਹੁੰਦਾ ਆ, ਉੱਦਾਂ ਦਾ ਮੋਬਾਈਲ ਹੋਮ ਜਿਹੜੇ ਆ ਉਹ ਵੀ ਹੁਣ $4-4 ਲੱਖ ਦੇ ਜਿਹੜੇ ਉੱਥੇ ਵਿਕਣ ਲੱਗ ਗਏ ਆ। ਸੋ ਤੁਸੀਂ ਦੇਖੋ ਵੀ ਓਵਰਆਲ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਰੀਅਲ ਅਸਟੇਟ ਦੀ ਮਾਰਕੀਟ ਆ, ਘਰਾਂ ਦੀਆਂ ਕੀਮਤਾਂ ਆ, ਉਹ ਕਾਫੀ ਜ਼ਿਆਦਾ ਜਿਹੜੀਆਂ ਆ ਉਹ ਵੱਧ ਚੁੱਕੀਆਂ ਹੋਈਆਂ ਆ। ਬਹੁਤ ਸਾਰੇ ਲੋਕਾਂ ਦੇ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਮਝ ਤੋਂ ਬਾਹਰ ਹੋ ਰਹੀ ਆ ਵੀ ਇੱਕ ਪਾਸੇ ਤਾਂ ਕਹਿੰਦੇ ਵੀ ਬਿਜ਼ਨਸ ਡਾਊਨ ਜਾ ਰਹੇ ਆ, ਇੱਕ ਪਾਸੇ ਕਹਿ ਰਹੇ ਵੀ ਲੋਕਾਂ ਦੀ ਜੌਬਸ ਜਿਹੜੀਆਂ ਉਹ ਜਾ ਰਹੀਆਂ ਆ, ਅਤੇ ਦੂਜੇ ਪਾਸੇ ਘਰਾਂ ਦੀਆਂ ਕੀਮਤਾਂ ਨੂੰ ਅੱਗ ਜਿਹੜੀ ਆ ਉਹ ਕਿਉਂ ਲੱਗਦੀ ਜਾ ਰਹੀ ਆ। ਸੋ ਇਹ ਕਾਫੀ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਜਿਹੜੇ ਉਹ ਹੈਗੇ ਨੇ ਵੀ ਇਹ ਕਿੱਦਾਂ ਜਿਹੜਾ ਆ ਇਸ ਨੂੰ ਕਿੱਦਾਂ ਤੁਸੀਂ ਰੀਜ਼ਨਿੰਗ ਕੀ ਇਸ ਪਿੱਛੇ ਜਿਹੜੀ ਉਹ ਹੋ ਸਕਦੀ ਆ। ਜੀ, ਸੋ ਬਿਲਕੁਲ ਯੂਨਾਈਟਿਡ ਏਅਰਲਾਈਨ ਨੇ ਅੱਜ ਅਨਾਊਂਸ ਕੀਤਾ ਆ ਸੈਨ ਫਰਾਂਸਿਸਕੋ ਦੇ ਵਿੱਚ ਉਹ 3200 ਦੇ ਕਰੀਬ ਜਿਹੜੇ ਹੋਰ ਆਪਣੇ ਇੰਪਲਾਈ ਆ ਉਹਨਾਂ ਨੂੰ ਲੇ ਆਫ ਕਰਨਾ ਹੈ ਉਹਨਾਂ ਨੇ। ਇਸ ਤੋਂ ਪਹਿਲਾਂ ਜਿਹੜੀ ਏਅਰਲਾਈਨ ਇੰਡਸਟਰੀ ਆ ਉਹ ਬਹੁਤ ਜ਼ਿਆਦਾ ਹਿੱਟ ਹੋਈ ਆ। ਅਮਰੀਕਨ ਏਅਰਲਾਈਨ ਨੇ ਕਿਹਾ ਸੀ ਵੀ 13,000 ਦੇ ਕਰੀਬ ਆਪਾਂ ਲੇ ਆਫ ਕਰਨ ਜਾ ਰਹੇ ਹਾਂ ਸਮਰ ਦੇ ਵਿੱਚ। ਏਅਰਲਾਈਨ ਨੇ ਟੋਟਲ USA ਦੇ ਵਿੱਚ ਜੇ ਗੱਲ ਕਰਦੇ ਜਾਈਏ ਫੋਰਬਸ ਮੈਗਜ਼ੀਨ ਦੇ ਦੌਰਾਨ ਦੇ ਕਹੇ ਅਨੁਸਾਰ 4 ਲੱਖ ਦੇ ਕਰੀਬ ਵਰਕਰਸ ਜਿਹੜੇ ਆ ਉਹ ਲੋਸ ਕੀਤੇ ਆ ਪਿਛਲੇ 1 ਸਾਲ ਦੇ ਵਿੱਚ। ਸੋ ਹੁਣ ਇੰਨੇ ਲੋਕਾਂ ਦੀਆਂ ਜੋਬਾਂ ਵੀ ਜਾ ਰਹੀਆਂ ਹੈਗੀਆਂ, ਤੇ ਇਹ ਨਹੀਂ ਹੁਣ ਪਤਾ ਵੀ ਘਰਾਂ ਦੀਆਂ ਜਿਹੜੀਆਂ ਪ੍ਰਾਈਸਾਂ ਉਹ ਕਾਹਤੇ ਇੰਨੀਆਂ ਹਾਈ ਹੈਗੀਆਂ। ਸੋ ਇਹ ਦੇਖੋ ਵੀ ਹਰ ਇੱਕ ਏਅਰਲਾਈਨ ਇੰਡਸਟਰੀ ਦੇ ਵਿੱਚ ਬਹੁਤ ਇੰਪਲਾਈ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 4 ਲੱਖ ਦੇ ਕਰੀਬ ਆਲਰੇਡੀ ਲੂਜ਼ ਕਰ ਚੁੱਕੇ ਆ, ਤੇ ਅੱਜ ਯੂਨਾਈਟਿਡ ਵਾਲਿਆਂ ਨੇ ਸੈਨ ਫਰਾਂਸਿਸਕੋ ਵਾਲੇ ਏਅਰਪੋਰਟ 'ਤੇ ਦੱਸਿਆ ਵੀ 3200 ਅਸੀਂ ਹੋਰ ਫਰਲੋ ਕਰਨ ਜਾ ਰਹੇ ਹੈਗੇ ਆ ਵੀ ਕਿਉਂ ਕਹਿੰਦੇ ਵੀ ਟ੍ਰੈਫਿਕ ਜਿਹੜਾ ਆ ਉਹ ਵਧੇ ਨਹੀਂ ਰਿਹਾ ਹੈਗਾ, ਉਹ ਉਸ ਹਿਸਾਬ ਨਾਲ ਹੀ ਜਿਹੜਾ ਚੱਲ ਰਿਹਾ ਹੈਗਾ। ਜੀ ਬਿਲਕੁਲ। ਜਿੱਦਾਂ ਆਪਾਂ ਪੈਕੇਜ ਦੀ ਹਰਜੋਤ ਸਿੰਘ ਦੀ ਗੱਲ ਕੀਤੀ ਸੀ, ਜਿਹੜਾ ਕੋਵਿਡ ਰਿਲੀਫ ਪੈਕੇਜ ਦੀ ਚਰਚਾ ਹੈ ਵੀ ਉਹਦੇ ਵਿੱਚ $1400 ਦੇ ਜਿਹੜੇ ਚੈੱਕ ਆ
ਉਹ ਦੁਬਾਰਾ ਜਿਹੜਾ ਲੋਕਾਂ ਤੱਕ ਜਿਹੜੇ ਉਹ ਆਉਣ ਦੀ ਹੁਣ ਉਮੀਦ ਇਸ ਕਰਕੇ ਆ ਵੀ ਕਿਉਂਕਿ ਬਿੱਲ ਪਾਸ ਹੋਣ ਦੇ ਗੱਲ ਆ। ਉੱਧਰ 11 ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ, ਉਹ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਇਹ ਦਬਾਅ ਪਾ ਰਹੇ ਆ ਵੀ ਨਹੀਂ, ਇਕੱਲਾ ਇੱਕ ਵਾਰੀ $1400 ਹੀ ਨਾ ਦਿੱਤਾ ਜਾਵੇ, ਰਿਕਰਿੰਗ ਜਿਹੜੀ ਆ ਇਹ ਮਨੀ ਜਿਹੜੀ ਉਹ ਲੋਕਾਂ ਨੂੰ ਰਾਸ਼ੀ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਆ, ਜਿੰਨੀ ਦੇਰ ਤੱਕ ਇਕਨੋਮਿਕ ਸਥਿਤੀ ਜਿਹੜੀ ਆ ਪੂਰੀ ਤਰ੍ਹਾਂ ਠੀਕ ਪਹਿਲਾਂ ਵਾਂਗੂ ਜਿਹੜੀ ਉਹ ਨਹੀਂ ਹੋ ਜਾਂਦੀ। ਬਹੁਤ ਸਾਰੇ ਮੁਲਕਾਂ ਨੇ ਇੱਦਾਂ ਜਿਹੜਾ ਉਹ ਕੀਤਾ ਹੈਗਾ ਆ, ਪਰ ਅਮਰੀਕਾ ਦੇ ਵਿੱਚ ਜੇ ਇਹ ਪਾਸ ਹੋ ਕੇ ਆਉਂਦਾ ਆ ਤਾਂ ਤੀਜਾ ਚੈੱਕ ਹੋਊਗਾ ਜਿਹੜਾ ਲੋਕਾਂ ਤੱਕ ਜਿਹੜਾ ਉਹ ਪਹੁੰਚੂਗਾ ਸਰਕਾਰ ਦੀ ਤਰਫੋਂ ਇਸ ਪੈਂਡੈਮਿਕ ਦੇ ਜਿਹੜੇ ਆ ਉਹ ਰਿਲੀਫ ਦੇ ਵਜੋਂ। ਇਕੋਨਮੀ ਦੇ ਨਾਲ ਹੀ ਜੁੜੀ ਹੋਈ ਜੇ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਹੁਤ ਸਾਰੇ ਜਿਹੜੇ ਇਕੋਨੋਮਿਸਟ ਅਰਥ ਸ਼ਾਸਤਰੀ ਆ ਉਹ ਇਹ ਮੰਨ ਰਹੇ ਆ ਵੀ ਜਿਹੜੇ ਫੈਡਰਲ ਰਿਜ਼ਰਵ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਾਲਿਸੀਜ਼ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਚੇਂਜਿਸ ਆ ਉਹ ਕਰ ਸਕਦੇ ਆ। ਉਹਨਾਂ ਨੇ ਇਸ ਦੇ ਪਿੱਛੇ ਜਿਹੜੀ ਬੌਂਡ ਦੀ ਮਾਰਕੀਟ ਹੈਗੀ ਆ, ਜੇਮਸ ਬੌਂਡ ਨਹੀਂ, ਜਿਹੜੇ ਬੌਂਡ ਲੋਕ ਬਾਏ ਕਰਦੇ ਨੇ ਸਟਾਕਸ ਵਾਲੇ ਜਿਹੜੇ ਹੁੰਦੇ ਆ, ਉਸ ਦੇ ਵਿੱਚ ਬੌਂਡਸ ਵੀ ਹੁੰਦੇ ਆ ਵੀ ਕੋਈ 10 ਈਅਰ ਕੋਈ ਵੱਖਰੇ ਤਰ੍ਹਾਂ ਦੇ, ਕਹਿੰਦੇ ਵੀ ਉਸ ਦੇ ਵਿੱਚ ਵੀ ਸਥਿਤੀ ਕੋਈ ਬੌਂਡ ਮਾਰਕੀਟ ਦੀ ਬਹੁਤੀ ਚੰਗੀ ਨਹੀਂ ਹੈਗੀ ਅਤੇ ਉਸ ਨੂੰ ਠੀਕ ਕਰਨ ਦੇ ਲਈ ਜਿਹੜਾ ਆ ਇਹ ਕਹਿੰਦੇ ਵੀ ਪਾਲਿਸੀ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ। ਕਈ ਤਾਂ ਇਹ ਵੀ ਸੋਚ ਰਿਹਾ ਵੀ ਜਿਹੜੇ ਇਹਨਾਂ ਦੇ ਵਿੱਚ ਰੇਟਸ ਆ ਉਹ ਵੱਧ ਸਕਦੇ ਨੇ ਅਤੇ ਇਹਦੇ ਨਾਲ ਹਰਜੋਤ ਸਿੰਘ ਜੀ ਦਾ ਮਤਲਬ ਇਹ ਆ ਵੀ ਫਿਰ ਬੌਂਡਸ ਦੀ ਮਾਰਕੀਟ ਦੁਬਾਰਾ ਜਿਹੜੀ ਆ ਉਹ ਹੋਰ ਜ਼ਿਆਦਾ ਹੌਟ ਹੋ ਸਕਦੀ ਆ। ਸੋ ਕਹਿੰਦੇ ਵੀ ਇਹ ਮੂਵਜ਼ ਇਸ ਕਰਕੇ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਮਾਰਕੀਟ ਸਟੇਬਿਲਿਟੀ ਆ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਬਰਕਰਾਰ ਰਵੇ। ਇਹ ਕਨਫਰਮਡ ਨਹੀਂ ਆ, ਪਰ ਇਹ ਕਹਿੰਦੇ ਵੀ ਇਹ ਚਰਚਾਵਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ, ਕਈ ਅਰਥ ਸ਼ਾਸਤਰੀ ਮੰਨਦੇ ਆ ਵੀ ਫੈਡਰਲ ਰਿਜ਼ਰਵ ਜਿਹੜਾ ਆ ਉਹ ਇਸ ਤਰੀਕੇ ਦੇ ਕੋਈ ਕਦਮ ਆ ਉਹ ਚੁੱਕ ਸਕਦਾ ਆ। ਆਈ ਥਿੰਕ ਇਸ ਨੂੰ ਆਪਰੇਸ਼ਨ ਟਵਿਸਟ ਦਾ ਨਾਮ ਜਿਹੜਾ ਆ ਉਹ ਦਿੱਤਾ ਜਾ ਰਿਹਾ ਆ ਜੀ। ਸੋ ਆਪਣਾ ਸਮਾਂ ਬ੍ਰੇਕ ਦਾ ਹੈ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਖਬਰਾਂ ਜਿਹੜੀਆਂ ਸਾਂਝੀਆਂ ਕਰਦੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM. ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ, 3073 ਵੈਸਟ ਐਸ਼ਲੈਂਡ ਐਵਨਿਊ, ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਮੁੱਛਾਂ ਤੇ ਨਹੀਂ ਸਿਆਣਪ ਨੂੰ ਹੱਥ ਮਾਰੋ ਕਿ ਬਦਾਮ ਕਿਵੇਂ ਸਾਂਭਣੇ ਆ। ਪਿਛਲੀ ਵਾਰੀ ਵਾਲੇ ਬੂਟਿਆਂ ਦਾ ਵੀ ਨੁਕਸਾਨ ਕਰ ਗਏ ਤੇ ਖਲਾਰਾ ਪਾ ਕੇ ਛੱਡ ਗਏ। ਓਏ ਤੂੰ ਚਿੰਤਾ ਨਾ ਕਰ, ਟਰੱਕਿੰਗ ਦੀ ਦੁਨੀਆ 'ਚ ਨਾਮ ਕਮਾਉਣ ਵਾਲੇ GS ਬਾਠ ਦੀ ਐਗਰੀਕਲਚਰ ਐਂਟੀਟੀ ਬਾਠ ਐਗ ਸੋਲਿਊਸ਼ਨਸ ਕੋਲ ਕਸਟਮ ਐਲੀਮੈਂਟ ਹਾਰਵੈਸਟਿੰਗ ਅਵੇਲੇਬਲ ਹੈ, ਜਿਹਦੇ ਵਿੱਚ ਸ਼ੇਕਰ, ਸਵੀਪਰ, ਹਾਰਵੈਸਟਰ, ਕਨਵੇਅਰ ਕਾਟ, ਬੈਂਕ ਆਊਟ, ਐਲੀਵੇਟਰ, ਬਦਾਮ ਝਾੜਨ ਤੋਂ ਟਰਾਲੀਆਂ 'ਚ ਲੱਦਣ ਤੱਕ ਦਾ ਸਾਰਾ ਇੰਤਜ਼ਾਮ ਹੈ। ਬਾਗ ਲਈ ਬੜੇ ਸਪੈਸ਼ਲ ਕੈਪ ਟਰੈਕਟਰ ਯੂਜ਼ ਕਰਦੇ ਨੇ ਤੇ ਬੂਟਿਆਂ ਨੂੰ ਸਪਰੇਅ ਕਰਨ ਵਾਲੀਆਂ ਕਸਟਮ ਸਪਰੇਅ ਮਸ਼ੀਨਾਂ ਵੀ ਨੇ। ਫਿਰ ਹੁਣੇ ਕਾਲ ਕਰੋ। Bart Ag Solutions, Fresno, California. Call 559-375-2652, 559-375-2652। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਸਭ ਤੋਂ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500, 4082722500।
ਕੀ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ? ਫ੍ਰੈਜ਼ਨੋ, ਕਲੋਵਿਸ, ਮਡੇਰਾ, ਸੈਂਗਰ, ਸੈਲਮਾ, ਫਾਉਲਰ, ਹੈਨਫੋਰਡ ਇਲਾਕੇ ਦੇ ਵਿੱਚ ਭਾਵੇਂ ਨਵਾਂ ਘਰ ਲੈਣਾ ਹੋਵੇ ਜਾਂ ਪੁਰਾਣਾ, ਜਾਂ ਕੋਈ ਕਮਰਸ਼ੀਅਲ ਪ੍ਰਾਪਰਟੀ, ਖੇਤੀਬਾੜੀ ਲਈ ਜ਼ਮੀਨ ਖਰੀਦਣੀ ਹੈ ਤਾਂ ਇਮਾਨਦਾਰ, ਪ੍ਰੋਫੈਸ਼ਨਲ, ਭਰੋਸੇਯੋਗ ਸੇਵਾਵਾਂ ਦੇ ਲਈ ਰੀਅਲਟਰ ਸਰਬਜੀਤ ਸਿੰਘ ਵੈਦ। ਨਵਾਂ ਘਰ ਦੇਖਣ ਲਈ, ਲੈਣ ਦੇ ਲਈ ਇਹਨਾਂ ਨੂੰ ਆਪਣੇ ਰੀਅਲਟਰ ਦੇ ਤੌਰ ਤੇ ਪਹਿਲੀ ਵਾਰ ਆਪਣੇ ਨਾਲ ਲੈ ਕੇ ਜਾਓ। ਆਪਣੇ ਘਰ ਦੀ ਮਾਰਕੀਟ ਵੈਲਿਊ ਜਾਣਨ ਦੇ ਲਈ ਤੇ ਰੀਅਲ ਏਸਟੇਟ ਦੀਆਂ ਕਿਸੇ ਵੀ ਤਰੀਕੇ ਦੀਆਂ ਸੇਵਾਵਾਂ ਦੇ ਲਈ ਕੰਟੈਕਟ ਕਰੋ ਸਰਬਜੀਤ ਸਿੰਘ ਵੈਦ 5593123999 DRU ਲਾਇਸੈਂਸ ਨੰਬਰ 02050647। MGA ਲਿਕਰ ਵਾਲਿਆਂ ਨੂੰ ਉਹਨਾਂ ਦੇ ਫ੍ਰੈਜ਼ਨੋ ਏਰੀਆ ਦੇ ਵਿੱਚ ਮਲਟੀਪਲ ਲਿਕਰ ਸਟੋਰਸ ਦੇ ਉੱਤੇ ਕੰਮ ਕਰਨ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਪੋਜੀਸ਼ਨ ਦੇ ਹਿਸਾਬ ਨਾਲ $3-4,000 ਬਣਾ ਸਕਦੇ ਹੋ। ਜੇ ਕਿਸੇ ਨੇ ਲਿਕਰ ਸਟੋਰ ਤੇ ਗੈਸ ਸਟੇਸ਼ਨ ਵੇਚਣਾ ਜਾਂ ਖਰੀਦਣਾ ਹੋਵੇ ਉਹ ਵੀ ਕੰਟੈਕਟ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 ਜਾਂ ਪਵਨਦੀਪ ਸਿੰਘ 5599303325। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641। ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਅਲ ਕੈਪੀਟਾਨ ਸੂਟ 103 ਫ੍ਰੈਜ਼ਨੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਜੀ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੇ ਸਿੱਖ ਆ ਉਹ ਪੂਰੀ ਦੁਨੀਆ ਦੇ ਵਿੱਚ ਸੇਵਾ ਆਪਣੀ ਕਰ ਰਹੇ ਆ। ਐਰੀਜ਼ੋਨਾ ਦੇ ਵਿੱਚ, ਐਰੀਜ਼ੋਨਾ ਦੇ ਜਿਹੜੇ ਸਿੱਖ ਹੈਗੇ ਫੀਨਿਕਸ ਏਰੀਆ ਦੇ, ਉਹਨਾਂ ਨੇ ਜਿਹੜੀਆਂ ਫੂਡ ਡਰਾਈਵ ਵੱਖ-ਵੱਖ ਏਰੀਏ ਦੇ ਵਿੱਚ ਲਾਈਆਂ ਹੋਈਆਂ। ਹਰ ਹਫ਼ਤੇ ਜਿਹੜੇ ਆ ਹੋਮਲੈਸ ਪੀਪਲ ਆ ਜਾਂ ਜਿਹੜੇ ਨੀਡੀ ਪੀਪਲ ਹੈਗੇ ਆ ਉਹਨਾਂ ਨੂੰ ਫੂਡ ਪਹੁੰਚਾ ਰਹੇ ਹੈਗੇ ਆ। ਇਸੇ ਤਰ੍ਹਾਂ ਯੂਬਾ ਸਿਟੀ ਏਰੀਏ ਦੇ ਵਿੱਚ ਇੱਕ ਸੇਵਾ ਨਾਮ ਦੀ ਔਰਗਨਾਈਜੇਸ਼ਨ ਆ, ਉਹਨਾਂ ਨੇ ਜਿਹੜੀ ਆ ਹਰ ਮਹੀਨੇ ਫੂਡ ਡਰਾਈਵ ਉਹ ਲਾ ਰਹੇ ਆ। ਪਿਛਲੇ ਜਿਹੜੀ ਸੈਚਰਡੇ ਉਹਨਾਂ ਨੇ ਫੂਡ ਡਰਾਈਵ ਲਾਈ ਸੀ 850 ਗ੍ਰੇ ਐਵਨਿਊ ਯੂਬਾ ਸਿਟੀ ਦੇ ਵਿੱਚ। ਤੇ ਹੁਣ ਜਿਹੜੀ ਆ ਉਹਨਾਂ ਦੇ ਔਰਗੇਨਾਈਜ਼ਰ ਜਸਕਰਨ ਸਿੰਘ ਜੌਹਲ ਆ ਸੇਵਾ ਦੇ, ਉਹ ਕਹਿੰਦੇ ਵੀ ਮਾਰਚ 21 ਨੂੰ ਅਸੀਂ ਜਿਹੜੀ ਫਿਰ ਇੱਕ ਵਾਰੀ ਫੂਡ ਡਰਾਈਵ ਲਾਣੀ ਆ, ਜਿੱਥੇ ਇਕੱਲਾ ਉਹ ਲੰਗਰ ਜਾਂ ਫੂਡ ਨਹੀਂ ਦਿੰਦੇ ਹੈਗੇ, ਉਹਦੇ 'ਚ ਸਾਰਾ ਕੁਛ ਜਿਹੜੇ ਫਰੂਟਸ ਵਗੈਰਾ ਪੈਕੇਜਡ ਜਿਹੜਾ ਦਿੰਦੇ ਹੈਗੇ ਆ। ਸੋ ਇਹ ਵਧੀਆ ਕੰਮ ਕਰ ਰਿਹਾ ਤੇ ਸਾਰੀ ਜਿਹੜੀ ਆ ਦੁਨੀਆ ਦੀਆਂ ਅਖਬਾਰਾਂ ਦੇਖ ਲਓ, ਜਿੱਥੇ ਵੀ ਕਿਤੇ ਸੇਵਾ ਕਰਦੇ ਆ ਤੇ ਉਹਨਾਂ ਦੀ ਪੂਰੀ ਜਿਹੜੀ ਆ ਕਵਰੇਜ ਹੋ ਰਹੀ ਹੈਗੀ ਆ। ਜੀ ਬਿਲਕੁਲ ਜੀ, ਚੰਗੀ ਗੱਲ ਆ। ਜਿਸ ਕਮਿਊਨਿਟੀ ਦੇ ਵਿੱਚ ਆਪਾਂ ਰਹਿੰਦੇ ਹਾਂ, ਜਿਸ ਭਾਈਚਾਰੇ ਦੇ ਵਿੱਚ ਆ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਉਹ ਆਪਾਂ ਨੂੰ ਅੱਗੇ ਜਿਹੜਾ ਵਧਣਾ ਚਾਹੀਦਾ ਅਤੇ ਉਹੀ ਵੰਡ ਕੇ ਛਕਣ ਵਾਲਾ ਸਾਰਿਆਂ ਦੇ ਨਾਲ ਉਹ ਕੰਮ ਕਰ ਰਹੇ ਹਾਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਲਿਜ਼ਬeth ਵਾਰਨ ਜਿਹੜੇ ਸੈਨੇਟਰ ਆ, ਉਹਨਾਂ ਨੇ ਕੱਲ੍ਹ ਅਲਟਰਾ ਵੈਲਦੀ ਇੱਕ ਲਾਅ ਆ, ਉਹ ਲੈਜਿਸਲੇਸ਼ਨ ਆ, ਉਹ ਪੇਸ਼ ਕੀਤਾ ਸੀ। ਉਹਨਾਂ ਨੇ ਅੱਜ ਜਿਹੜੇ ਸਟਾਕ ਬਾਈਬੈਕਸ ਹੈਗੇ ਆ ਉਸ ਦੇ ਉੱਤੇ ਵੀ ਜਿਹੜੀ ਆਪਣੇ ਵਿਚਾਰ ਪੇਸ਼ ਕੀਤੇ। ਕਹਿੰਦੇ ਇਹਦੇ ਵਿੱਚ ਇਹ ਹੋਰ ਕੁਛ ਨਹੀਂ, ਇਹ ਪੇਪਰ ਮੈਨੀਪੂਲੇਸ਼ਨ ਹੀ ਜਿਹੜੀ ਇਸ ਨੂੰ ਦੇਖਿਆ ਜਾ ਸਕਦਾ ਹੈ। CNBC ਦੇ ਨਾਲ ਕਹਿੰਦੇ ਉਹ ਗੱਲਬਾਤ ਕਰਦੇ ਹੋਏ ਮਾਰਕੀਟ ਮੈਨੀਪੂਲੇਸ਼ਨ ਦੇ ਉੱਤੇ ਜਿਹੜੀ ਉਹਨਾਂ ਦੀ ਚਰਚਾ ਜਿਹੜੀ ਉਹ ਕੀਤੀ ਸੀਗੀ। ਉਹਨਾਂ ਨੇ ਕਿਹਾ ਵੀ ਜਿਹੜੇ ਸਟਾਕ ਰੀਪਰਚੇਜ਼ਿਸ ਆ ਇਹ ਹੋਰ ਕੁਛ ਨਹੀਂ ਆ,
ਇਹ ਕੁਆਲਿਟੀ ਆਫ ਦਾ ਜਿਹੜਾ ਬਿਜ਼ਨਸ ਆ ਜਾਂ ਸਰਵਿਸਿਜ਼ ਪ੍ਰੋਡਿਊਸ ਆ ਉਹ ਇਸ ਚੀਜ਼ ਨੂੰ ਕਰਨ ਦੇ ਲਈ ਇਹਦੇ ਵਿੱਚ ਕੋਈ ਹੱਥ ਨਹੀਂ ਹੁੰਦਾ, ਸਿਰਫ ਤੇ ਸਿਰਫ ਇੱਕ ਪੇਪਰ ਮੈਨੀਪੂਲੇਸ਼ਨ ਦੇ ਵਜੋਂ ਹੀ ਜਿਹੜਾ ਇਸ ਨੂੰ ਦੇਖਿਆ ਜਾਂਦਾ ਆ। ਇਹ ਕੱਲ੍ਹ ਦੇ ਚਰਚਾ ਦੇ ਵਿੱਚ ਤਾਂ ਆਏ ਆ ਇਹਨਾਂ ਨੇ, ਤੇ ਜਿਹੜੇ ਨਾਲ ਸੈਨੇਟਰ ਬਰਨੀ ਸੈਂਡਰਸ ਆ ਉਹਨਾਂ ਨੇ 3% ਐਨੂਅਲ ਟੈਕਸ ਜਿਹੜਾ ਇੱਕ ਵੈਲਥ ਐਕਸੀਡਿੰਗ ਜਿਨ੍ਹਾਂ ਦੀ 1 ਬਿਲੀਅਨ ਤੋਂ ਉੱਤੇ ਜਿਹੜੀ ਨੈਟਵਰਥ ਹੈਗੀ ਆ ਉਹਨਾਂ ਦੇ ਉੱਤੇ 3% ਜਿਹੜਾ ਉਹ ਟੈਕਸ ਲਾਉਣ ਦੀ ਗੱਲ ਆ ਉਸ ਨੂੰ ਆਖਿਆ ਹੈਗਾ ਆ। ਇਸ ਤੋਂ ਪਹਿਲਾਂ ਇਹਨਾਂ ਨੇ ਵੀ ਜਿਹੜੇ ਵੀ ਸਟਾਕ ਦੇ ਉੱਤੇ ਟਰੇਡਿੰਗ ਹੁੰਦੀ ਆ ਉਹਦੇ ਉੱਤੇ 0.01 ਜਾਂ ਉਸ ਤੋਂ ਵੀ ਘੱਟ ਪਰਸੈਂਟ ਜਿਹੜਾ ਆ ਉਹਨਾਂ ਨੇ ਇਹਨਾਂ ਨੇ ਕਿਹਾ ਸੀਗਾ ਵੀ ਉਹ ਫੀਸ ਇੱਕ ਹਿਸਾਬ ਦੇ ਨਾਲ ਟੈਕਸ ਜਿਹੜਾ ਆ ਉਹ ਲਾਉਣਾ ਚਾਹੀਦਾ ਹੈਗਾ ਆ। ਅਤੇ ਇਹਦੇ ਨਾਲ ਕਹਿੰਦੇ ਵੀ ਫਿਰ ਕਦੀ ਵੀ ਜਿਹੜਾ ਵਾਲ ਸਟਰੀਟ ਵਾਲੇ ਆ ਉਹ ਇਕੋਨਮੀ ਨੂੰ ਇੰਨਾ ਜ਼ਿਆਦਾ ਮੈਨੂਪੂਲੇਟ ਨਹੀਂ ਕਰ ਸਕਦੇ, ਅਤੇ ਇਹਦੇ ਨਾਲ ਇਨਫ ਰੈਵਨਿਊ ਜਨਰੇਟ ਜਿਹੜਾ ਉਹ ਹੋ ਸਕਦਾ ਆ ਜਿਸ ਦੇ ਨਾਲ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ ਉਹ ਈਜ਼ੀਲੀ ਆਉਣ ਵਾਲੇ ਲੰਮੇ ਸਮੇਂ ਤੱਕ ਰਨ ਕਰ ਸਕਦੇ ਨੇ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੀ ਓਹਾਇਓ ਤੋਂ ਆ ਰਹੀ ਆ। ਉੱਥੇ ਕਹਿੰਦੇ ਭਈ ਇੱਕ ਮਦਰ ਜਿਹੜੀ ਆ ਆਪਣੀ ਕਾਰ ਬੈਕ ਕਰ ਰਹੀ ਸੀ, ਜਦੋਂ ਉਹਦਾ ਜਿਹੜਾ ਖੁਦ ਦਾ ਹੀ ਮੁੰਡਾ ਆ ਥੱਲੇ ਆ ਗਿਆ 6 ਸਾਲਾਂ ਦਾ, ਤਾਂ ਉਹਦੀ ਜਿਹੜੀ ਮੌਤ ਹੋ ਗਈ। ਉਹ ਤੋਂ ਬਾਅਦ ਉਸਨੇ ਜਿਹੜਾ ਆ ਉਸ ਦੀ ਲਾਸ਼ ਨੂੰ ਚੱਕ ਕੇ ਇੱਕ ਦਰਿਆ ਦੇ ਵਿੱਚ ਸਿੱਟ ਦਿੱਤਾ, ਅਤੇ ਮੁੜ ਕੇ ਜਿਹੜੀ ਰਿਪੋਰਟ ਆ ਉਹ ਲਿਖਾ ਦਿੱਤੀ ਵੀ ਮੇਰਾ ਜਿਹੜਾ ਮੁੰਡਾ ਆ ਉਹ ਮਿਸਿੰਗ ਹੈਗਾ ਆ। ਪਰ ਬਾਅਦ ਦੇ ਵਿੱਚ ਬ੍ਰਿਟਨੀ ਗੋਸਲਿਨ ਨਾਮ ਦੀ 29 ਸਾਲਾਂ ਦੀ ਇਹ ਜਿਹੜੀ ਬੀਬੀ ਹੈਗੀ ਆ, ਇਹਦੀ ਜਦੋਂ ਪੁਲਿਸ ਵਾਲਿਆਂ ਨੇ ਇਨਵੈਸਟੀਗੇਸ਼ਨ ਕੀਤੀ ਅਤੇ ਉਹ ਖੁਦ ਹੀ ਮੰਨ ਗਈ ਵੀ ਮੇਰੇ ਕੋਲ ਗਲਤੀ ਨਾਲ ਜਦੋਂ ਕਾਰ ਮੈਂ ਬੈਕ ਕਰ ਰਹੀ ਸੀ ਅਤੇ ਥੱਲੇ ਮੇਰਾ ਹੀ ਮੁੰਡਾ ਆ ਗਿਆ ਅਤੇ ਉਹਦੀ ਜਿਹੜੀ ਮੌਤ ਹੋ ਗਈ, ਅਤੇ ਮੈਂ ਉਹਦੀ ਜਿਹੜੀ ਬੋਡੀ ਆ ਉਸ ਨੂੰ ਜਿਹੜਾ ਇੱਕ ਦਰਿਆ ਦੇ ਵਿੱਚ ਸਿੱਟ ਦਿੱਤਾ ਆ। ਸੋ ਹੁਣ ਮਿਸ ਗੋਸਨੀ ਨੂੰ ਜਿਹੜਾ ਆ ਮਰਡਰ, ਅਬਿਊਜ਼ ਆਫ ਕਾਰਪਸਸ ਐਂਡ ਟੈਂਪਰਿੰਗ ਵਿਦ ਐਵੀਡੈਂਸ ਕਰਕੇ ਜਿਹੜਾ ਚਾਰਜ ਕੀਤਾ ਗਿਆ ਹੈਗਾ। ਜੀ ਬਹੁਤ ਹੀ ਮਾੜੀ ਗੱਲ ਇਹ ਵਾਪਰੀ ਆ। ਫ੍ਰੈਜ਼ਨੋ ਕਾਊਂਟੀ ਦੇ ਵਿੱਚ ਸੈਂਗਰ ਜਿਹੜਾ ਸ਼ਹਿਰ ਆ ਉੱਥੇ ਇੱਕ 82 ਸਾਲਾਂ ਦਾ ਜਿਹੜਾ ਬਜ਼ੁਰਗ ਆ ਜਿਹੜਾ ਕਿ ਘਰੋਂ ਫਾਰਮਿੰਗ ਕਰਨ ਦੇ ਲਈ ਨਿਕਲਿਆ ਸੀਗਾ, ਇੱਕ ਐਕਸੀਡੈਂਟ ਦੇ ਕਰਕੇ ਜਿਹੜੀ ਖੁਦ ਉਸਦੀ ਜਿਹੜੀ ਉਹ ਮੌਤ ਹੋ ਗਈ। ਕਹਿੰਦੇ ਵੀ ਉਹ ਆਪ ਟਰੈਕਟਰ ਦੇ ਉੱਤੇ ਹੀ ਉਹ ਸੀਗਾ ਅਤੇ ਉਹ ਸਮਹਾਓ ਉੱਥੋਂ ਡਿੱਗਾ ਅਤੇ ਆਪਣੇ ਹੀ ਟਰੈਕਟਰ ਦੇ ਹੇਠਾਂ ਜਿਹੜਾ ਆ ਕੇ ਉਸਦੀ ਮੌਤ ਹੋ ਗਈ। ਉਸਦੀ ਵਾਈਫ ਨੇ ਇੰਤਜ਼ਾਰ ਕਰ ਰਹੀ ਸੀ ਵੀ ਲੰਚ ਤਾਈਂ ਇਹ ਘਰ ਨਹੀਂ ਆਇਆ, ਅਤੇ ਬਾਅਦ 'ਚ ਕਹਿੰਦੇ ਜਦੋਂ ਚੈੱਕ ਕਰਨ ਗਈ ਤਾਂ ਉੱਥੇ ਇਹ ਜਿਹੜੀ ਸਿਚੁਏਸ਼ਨ ਬਣੀ ਪਈ ਸੀ, ਜਿੱਥੇ ਅਥਾਰਟੀਜ਼ ਜਦੋਂ ਉੱਥੇ ਪਹੁੰਚੇ ਫ੍ਰੈਜ਼ਨੋ ਕਾਊਂਟੀ ਸ਼ੈਰਿਫ ਡੈਪਟੀਜ਼ ਨੇ ਜਿਹੜਾ ਉਹ ਦੱਸਿਆ ਇਹ ਔਰਚਰਡ ਐਲਮੰਡ ਔਰਚਰਡ ਦੇ ਵਿੱਚ ਟਰੈਕਟਰ ਦੇ ਨਾਲ ਹੀ ਜਿਹੜੇ ਉੱਥੇ ਆਪਣੇ 'ਚ ਕੰਮ ਕਰ ਰਿਹਾ ਸੀ ਜਦ ਇਹ ਕੋਈ ਐਕਸੀਡੈਂਟ ਵਾਪਰਿਆ ਆ। ਅਤੇ ਕੀ ਜਿਹੜਾ ਉਹ ਵਾਪਰਿਆ, ਕਹਿੰਦੇ ਹੁਣ ਇਹ ਨਹੀਂ ਪਤਾ ਵੀ ਇਕਵਿਪਮੈਂਟ ਦੇ ਨਾਲ ਮਾਲ ਫੰਕਸ਼ਨ ਸੀ ਜਾਂ ਕੋਈ ਮੈਡੀਕਲ ਐਮਰਜੈਂਸੀ ਸੀ। ਹੁਣ ਉਹ ਕਹਿੰਦੇ ਉਹ ਜਾਂਚ ਉਹ ਜਿਹੜੀ ਉਹ ਕੀਤੀ ਜਾਊਗੀ, ਅਤੇ ਕਹਿੰਦੇ ਜਿੰਨੀ ਦੇਰ ਤੱਕ ਫਸਟ ਰਿਸਪੌਂਡਰ ਪਹੁੰਚੇ ਸੀ ਹਿਊਈ ਇਹਨਾਂ ਦਾ ਨਾਮ ਦੱਸਿਆ ਜਾਂਦਾ, 82 ਸਾਲਾਂ ਦੇ ਜਿਹੜੇ ਉਹ ਸੀਗੇ ਵੀ ਉਹ ਆਲਰੇਡੀ ਉਹ ਦਮ ਤੋੜ ਚੁੱਕੇ ਸੀ। ਜੀ ਫ੍ਰਿਜ਼ਨੋ ਦੀ ਗੱਲ ਕਰਦੇ ਜਾਈਏ, ਫ੍ਰਿਜ਼ਨੋ ਏਰੀਏ ਦੇ ਵਿੱਚ ਇਸ ਵਾਰੀ ਜਿਹੜਾ ਮੀਂਹ ਆ ਕਹਿੰਦੇ ਬਹੁਤ ਘੱਟ ਪਿਆ। 50 ਸਾਲਾਂ ਬਾਅਦ ਇੰਨਾ ਜਿਹੜਾ ਜੇ ਰੈਕਡ ਦੇਖਿਆ ਜਾਵੇ ਇੰਨਾ ਘੱਟ ਜਿਹੜਾ ਮੀਂਹ ਪਿਆ। ਸੋ ਇੱਕ ਤਰ੍ਹਾਂ ਨਾਲ ਡਰਾਈ ਏਰੀਆ ਹੀ ਕਹਿ ਸਕਦੇ ਹਾਂ। ਕਹਿੰਦੇ ਪਈ 1971 ਦੇ ਵਿੱਚ ਇੰਨੀ ਘੱਟ ਗਿਣਤੀ 'ਚ ਜਿਹੜਾ ਮੀਂਹ ਪਿਆ ਸੀ। ਸਨਮੈਕੀਨ ਵੈਲੀ ਦੇ ਵਿੱਚ 0.29 ਇੰਚਜ਼ ਮੀਂਹ ਜਿਹੜਾ ਆ ਸਿਰਫ ਪਿਛਲੇ ਮਹੀਨੇ ਪਿਆ। ਸਾਰਿਆਂ ਨੂੰ ਪਤਾ ਵੀ ਜਿਹੜੀ ਸਨਮੈਕੀਨ ਕਾਉਂਟੀ ਆ ਇੱਥੋਂ ਬਹੁਤ ਜ਼ਿਆਦਾ ਫੂਡ ਜਿਹੜਾ ਪ੍ਰੋਡਿਊਸ ਹੁੰਦਾ ਹੈਗਾ, ਪਰ ਜੇ ਮੀਂਹ ਨਹੀਂ ਪਊਗਾ ਤਾਂ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ। ਪਿਛਲੇ ਕੁਛ ਸਾਲ ਪਹਿਲਾਂ ਵੀ ਡਰਾਈ ਹੋਇਆ ਸੀ ਅਤੇ ਜਿਹੜੇ ਵੈੱਲ ਹੈਗੇ ਆ ਟਿਊਬਵੈੱਲਾਂ ਦੇ ਉਹ ਬਹੁਤ ਡੂੰਘੇ ਚਲ ਗਿਆ ਸੀ, 1500 ਫੁੱਟ ਤੱਕ ਚਲ ਗਿਆ ਸੀ। ਫ੍ਰਿਜ਼ਨੋ ਦੀ ਕਹਿੰਦੇ 17ਵੀਂ ਡਰਾਈਐਸਟ ਫੈਬਰੀ ਆ ਸਿੰਸ 1881 ਤੋਂ ਲੈ ਕੇ ਹੁਣ ਤੱਕ। ਸੋ ਇਸੇ ਤਰ੍ਹਾਂ ਹੈਨਫੋਰਡ, ਬੇਕਰਸਫੀਲਡ ਏਰੀਆ ਵੀ ਇਹ ਜਿਹੜੀ ਸਿਚੁਏਸ਼ਨ ਆ। ਕਹਿੰਦੇ ਜੇ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਹੋਰ ਮੀਂਹ ਨਾ ਪਿਆ ਤੇ ਇਹਦਾ ਅਸਰ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਉੱਥੇ ਦੀ ਖੇਤੀਬਾੜੀ 'ਤੇ ਹੋ ਸਕਦਾ ਹੈਗਾ। ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਇੱਕ ਪਿਛਲੇ ਸ਼ਨੀਚਰਵਾਰ ਨੂੰ ਬਹੁਤ ਵੱਡੀ ਜਿਹੜੀ ਅੱਗ ਲੱਗ ਗਈ ਆਲਮੰਡ ਹੱਲ ਪ੍ਰੋਸੈਸਰ ਜਿਹੜਾ ਯੂਨਿਟ ਆ ਉੱਥੇ, ਅਤੇ ਮਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਹਦੇ ਨਾਲ ਹੋਇਆ ਹੈਗਾ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਟੁਲੈਰੀ ਦੇ ਵਿੱਚ ਉੱਥੇ ਦੇ ਇੱਕ ਹੈਮਪਟਨ ਇਨ ਅਤੇ ਸਵੀਟਸ ਦੇ ਵਿੱਚ ਇੱਕ ਲਾਸ਼ ਜਿਹੜੀ ਆ ਉਹ ਕਹਿੰਦੇ ਬਰਾਮਦ ਹੋਈ ਆ, ਅਤੇ ਇੱਕ ਔਰਤ ਨੂੰ ਕਹਿੰਦੇ ਉੱਥੇ ਗੋਲੀ ਮਾਰ ਕੇ ਉਸ ਦੀ ਹੱਤਿਆ ਜਿਹੜੀ ਉਹ ਕੀਤੀ ਗਈ ਸੀਗੀ। ਸੋ ਪੁਲਿਸ ਕਹਿੰਦੇ ਆ ਵੀ ਹੁਣ ਇਸ ਦੀ ਜਾਂਚ ਜਿਹੜੀ ਉਹ ਕਰ ਰਹੀ ਆ। ਸੋ ਪੁਲਿਸ ਵਾਲੇ ਜਦੋਂ ਉੱਥੇ ਤਕਰੀਬਨ ਤੜਕੇ 2:30 ਵਜੇ ਜਿਹੜੇ ਉੱਥੇ
ਜਿਹੜੇ ਉਹ ਪਹੁੰਚੇ, ਮਾਫੀ ਚਾਹੁੰਦਾ, ਮੌਤ ਨਹੀਂ ਵੀ ਉਸ 'ਤੇ ਗੋਲੀ ਜਿਹੜੀ ਆ ਉਹ ਲੱਗੀ ਹੈ। ਜਦ ਪੁਲਿਸ ਪਹੁੰਚੀ ਤਾਂ ਕਹਿੰਦੇ ਵੀ ਔਰਤ ਦੇ ਗੋਲੀ ਲੱਗੀ ਹੋਈ ਸੀਗੀ ਅਤੇ ਉਹ ਸਫ਼ਰ ਕਰ ਰਹੀ ਸੀਗੀ ਅਤੇ ਉਸ ਨੂੰ ਬਾਅਦ ਦੇ ਵਿੱਚ ਜਿਹੜਾ ਉਹ ਜ਼ੇਰੇ ਇਲਾਜ ਜਿਹੜਾ ਉਹ ਹਸਪਤਾਲ ਦੇ ਵਿੱਚ ਰਸ਼ ਕੀਤਾ ਗਿਆ ਆ, ਉੱਥੇ ਪਹੁੰਚਾਇਆ ਗਿਆ ਅਤੇ ਇਸ ਟਾਈਮ ਕੰਡੀਸ਼ਨ ਦੇ ਬਾਰੇ ਜਿਹੜੀ ਉਸ ਦੀ ਦੱਸਿਆ ਨਹੀਂ ਗਿਆ। ਅੰਦਰ ਆ ਕੇ ਕਿਸੇ ਨੇ ਗੋਲੀ ਮਾਰੀ ਆ, ਕੀ ਹੋਇਆ ਆ, ਇਸ ਦੀ ਜਿਹੜੀ ਇਸ ਟਾਈਮ ਜਾਂਚ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ। ਫ੍ਰਿਜ਼ਨੋ ਦੇ ਵਿੱਚ ਜਿਹੜੀ ਫੈਕਸ ਬੱਸ ਸਰਵਿਸ ਆ ਉਹ ਸੋਮਵਾਰ ਤੋਂ ਜਿਹੜੀ ਫ੍ਰੀ ਕਰ ਦਿੱਤੀ ਗਈ ਆ। ਉਹਦਾ ਕਾਰਨ ਇਹ ਦੱਸਿਆ ਗਿਆ ਆ ਵੀ ਪੈਂਡੈਮਿਕ ਨੂੰ ਲੈ ਕੇ ਜਿਹੜੇ ਲੋਕ ਆ, ਖਾਸ ਕਰਕੇ ਤੁਹਾਨੂੰ ਪਤਾ ਹੈ ਵੀ ਬੱਸ ਦੇ ਵਿੱਚ ਜਿਹੜੇ ਆ ਸੀਨੀਅਰ ਸਿਟੀਜ਼ਨਸ ਆ ਉਹ ਕਾਫੀ ਰਾਈਡ ਲੈਂਦੇ ਆ, ਸੋ ਉਹਨਾਂ ਦੀ ਇਨਕਮ ਤਾਂ ਪਹਿਲਾਂ ਹੀ ਘੱਟ ਹੁੰਦੀ ਹੈ, ਕੋਈ ਸੋਸ਼ਲ ਸਿਕਿਉਰਿਟੀ 'ਤੇ ਆ ਜਾਂ ਕੋਈ ਵੈਲਫੇਅਰ 'ਤੇ ਆ। ਸੋ ਇਸ ਕਰਕੇ ਫ੍ਰਿਜ਼ਨੋ ਸਿਟੀ ਨੇ ਜਿਹੜਾ ਆ ਫੈਕਸ ਬੱਸ ਸਰਵਿਸ ਜਿਹੜੀ ਆ ਉਸ ਨੂੰ ਫ੍ਰੀ ਕੀਤਾ ਹੈਗਾ। ਕਹਿੰਦੇ ਈਵਨ ਦੋ ਇਹ ਟੈਂਪਰੇਰੀ ਹੈਗੀ ਆ। ਸੋ ਕੌਂਸਲ ਮੈਂਬਰ ਟਾਈਲਰ ਮੈਕਸਵੈਲ ਜਿਹੜੇ ਆ ਉਹ ਕਹਿੰਦੇ ਵੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਸ ਨੂੰ ਪੱਕਾ ਹੀ ਆਪਾਂ ਜਿਹੜੀ ਫ੍ਰੀ ਸਰਵਿਸ ਕਰ ਦਈਏ। ਹੁਣ ਰਾਈਟ ਨਾਓ ਇੱਕ ਤਾਂ ਕਰੋਨਾ ਵਾਇਰਸ ਕਰਕੇ ਜਿਹੜੀ ਬੱਸ ਦੇ ਵਿੱਚ ਪੈਸੰਜਰਾਂ ਦੀ ਜਿਹੜੀ ਗਿਣਤੀ ਆ ਸਵਾਰੀਆਂ ਦੀ ਉਹ ਵੀ ਘੱਟ ਰੱਖਣੀ ਪੈਂਦੀ, ਕਹਿੰਦੇ 10 ਤੋਂ ਲੈ ਕੇ 14 ਤੱਕ ਹੀ ਰੱਖਣੀ ਪੈਂਦੀ ਹੈਗੀ ਆ। ਅਤੇ ਇਸੇ ਤਰ੍ਹਾਂ ਜਿਹੜੇ ਕੌਂਸਲ ਮੈਂਬਰ ਆ ਉਹਨਾਂ ਨੇ ਇਹ ਕਿਹਾ ਵੀ 70% ਜਿਹੜੇ ਬੱਸ ਦੇ ਵਿੱਚ ਰਾਈਡ ਲੈਂਦੇ ਆ ਉਹਨਾਂ ਦੀ ਇਨਕਮ $20,000 ਤੋਂ ਘੱਟ ਹੈਗੀ ਆ। ਫ੍ਰਿਜ਼ਨੋ ਦੇ ਮੇਅਰ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ $6 ਮਿਲੀਅਨ ਦੇ ਕਰੀਬ ਜਿਹੜੇ ਅਸੀਂ ਬੱਸ ਫੇਅਰ ਤੋਂ ਹਰ ਸਾਲ ਬਣਾਉਣੇ ਹੈਗੇ ਆ। ਈਵਨ ਦੋ ਕਾਫੀ ਲੋਸ ਹੁੰਦਾ, ਪਰ ਇਹ ਜਿਹੜੀ ਸਰਵਿਸ ਕੀਤੀ ਗਈ ਹੈਗੀ ਆ ਉਹ ਆਮ ਲੋਕਾਂ ਦੇ ਲਈ ਜਿਹੜੀ ਫ੍ਰੀ ਸਰਵਿਸ ਆ ਉਹ ਬਹੁਤ ਵਧੀਆ ਗੱਲ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਗ੍ਰੀਨ ਬੇ ਪੈਕਰਜ਼ ਦੇ ਮਸ਼ਹੂਰ ਕੁਆਟਰਬੈਕ ਐਰਨ ਰੋਜਰਜ਼ ਜਿਹੜੇ ਕਿ ਹੈਗੇ ਤਾਂ ਕੈਲੀਫੋਰਨੀਆ ਤੋਂ ਹੀਗੇ। ਚੀਕੋ ਜਿਹੜਾ ਸ਼ਹਿਰ ਹੈਗਾ ਯੂਬਾ ਸਿਟੀ ਤੋਂ, ਜਦੋਂ ਤੁਸੀਂ ਅਪ ਨਾਰਥ ਵੱਲ ਨੂੰ ਜਿਹੜਾ ਜਾਂਦੇ ਆ ਅਤੇ ਉਸ ਦੇ ਲਾਗੇ ਇਹ ਸ਼ਹਿਰ ਹੈਗਾ ਆ, ਅਤੇ ਕਹਿੰਦੇ ਵੀ ਉਸਨੇ ਆਪਣੇ ਪੱਧਰ ਦੇ ਉੱਤੇ $1 ਮਿਲੀਅਨ ਜਿਹੜਾ ਆ ਉਹ ਹੁਣ ਉਸਨੇ ਡੋਨੇਟ ਕੀਤਾ ਆ, ਅਤੇ ਜਿਸ ਦੇ ਨਾਲ 80 ਲੋਕਲ ਜਿਹੜੇ ਅਤੇ ਲੋਕਲੀ ਓਨਡ ਬਿਜ਼ਨਸਿਸ ਉਸ ਦੇ ਹੋਮ ਟਾਊਨ ਚੀਕੋ ਦੇ ਵਿੱਚ ਅਤੇ ਬਿਊਟ ਕਾਊਂਟੀ ਦੇ ਵਿੱਚ ਜਿਹੜੇ ਪੈਂਦੇ ਆ ਉਹਨਾਂ ਨੂੰ ਜਿਹੜੀ ਉਹ ਮਦਦ ਦਿੱਤੀ ਜਾਵੇਗੀ। ਸੋ ਇਹ ਜਿਹੜੀ ਇਹ ਮਦਦ ਆ ਇਸਨੇ ਆਪਣੇ ਤੌਰ ਦੇ ਉੱਤੇ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਇਹ ਸਮਾਲ ਬਿਜ਼ਨਸ ਕੋਵਿਡ-19 ਫੰਡ ਦੇ ਵਿੱਚ ਇਹਨਾਂ ਨੇ ਆਪਣੇ ਵੱਲੋਂ ਸਪੈਸ਼ਲ ਜਿਹੜਾ ਇਹ ਤਿਆਰ ਕਰਕੇ ਲੋਕਲੀ ਓਨਡ ਐਂਡ ਓਪਰੇਟਿਡ ਰੀਟੇਲ ਅਤੇ ਰੈਸਟੋਰੈਂਟ ਬਿਜ਼ਨਸ ਜਿਹੜੇ ਬਿਊਟ ਕਾਊਂਟੀ ਦੇ ਵਿੱਚ ਹੈਗੇ ਆ ਉਹਨਾਂ ਨੂੰ ਜਿਹੜੀ ਆ ਉਹਨਾਂ ਨੇ ਮਦਦ ਜਿਹੜੀ ਉਹ ਕੀਤੀ ਆ, ਅਤੇ ਆਪਣੇ ਪੱਧਰ ਦੇ ਉੱਤੇ $1 ਮਿਲੀਅਨ ਜਿਹੜਾ ਆ ਉਹ ਇਸ ਦੇ ਵਿੱਚ ਕੀਤਾ ਗਿਆ ਹੈਗਾ ਆ। ਸੋ ਫੰਡ ਕਹਿੰਦੇ ਵੀ ਇਹਨਾਂ ਨੇ ਫਰਵਰੀ ਦੇ ਵਿੱਚ ਜਿਹੜਾ ਉਹ ਸ਼ੁਰੂ ਕੀਤਾ ਸੀਗਾ। $5 ਲੱਖ ਦੀ ਜਿਹੜੀ ਡੋਨੇਸ਼ਨ ਆ ਉਹ ਮਿਲੀ ਸੀਗੀ, ਅਤੇ ਦੇਖੋ 3 ਵਾਰੀ NFL ਦੇ ਮੋਸਟ ਵੈਲਿਊਏਬਲ ਪਲੇਅਰ ਦੇ ਵਜੋਂ ਜਿਹੜੇ ਉਹ ਬਣੇ ਨੇ ਪਿਛਲੇ ਜਿਹੜੇ ਉਹ ਸੀਜ਼ਨ ਦੇ ਵਿੱਚ ਵੀ, ਅਤੇ ਹੁਣ ਇਸ ਤਰੀਕੇ ਦੇ ਨਾਲ ਦੇਖੋ ਵੀ ਇਹਨਾਂ ਨੇ ਮਦਦ ਕੀਤੀ ਵੀ ਉੱਥੋਂ ਦੇ ਲੋਕਲ ਬਿਜ਼ਨਸਿਸ ਆ ਉਹਨਾਂ ਨੂੰ ਮਦਦ ਮਿਲੀ ਆ। ਸੋ ਗਿਵਿੰਗ ਬੈਕ ਟੂ ਕਮਿਊਨਿਟੀ, ਜਿਸ ਟਾਊਨ ਦੇ ਵਿੱਚ ਉਹ ਜੰਮੇ ਪਲੇ ਨੇ, ਵੱਡੇ ਹੋਏ ਨੇ। ਜੀ ਅਗਲੀ ਖਬਰ ਜਿਹੜੀ ਆ ਸਟਾਕਟਨ ਮੋਡੈਸਟੋ ਟ੍ਰੇਸੀ ਏਰੀਏ ਦੀ ਜੇ ਗੱਲ ਕਰਦੇ ਜਾਈਏ, ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਸਟਾਕਟਨ ਮੋਡੈਸਟੋ ਅਤੇ ਟ੍ਰੇਸੀ ਕਹਿੰਦੇ ਇਹ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਚੀਪੈਸਟ ਪਲੇਸਿਸ ਆ, ਸਸਤੀਆਂ ਜਗ੍ਹਾ ਆ ਰਹਿਣ ਦੇ ਲਈ ਬਾਕੀ ਜਿਹੜੇ ਹੋਰ ਸ਼ਹਿਰਾਂ ਦੇ ਨਾਲੋਂ। ਸੈਂਟਰ ਫਾਰ ਬਿਜ਼ਨਸ ਐਂਡ ਪਾਲਿਸੀ ਰਿਸਰਚ ਜਿਹੜੀ ਯੂਨੀਵਰਸਿਟੀ ਆਫ ਦਾ ਪੈਸੀਫਿਕ ਆ, ਸਟਾਕਟਨ ਯੂਨੀਵਰਸਿਟੀ, ਉਹਨਾਂ ਨੇ ਜਿਹੜਾ ਸਰਵੇ ਕੀਤਾ ਹੈਗਾ ਆ। ਉਹਨਾਂ ਨੇ 60 ਫੈਕਟਰਸ ਜਿਹੜੇ ਆ ਉਹਨਾਂ ਨੂੰ ਰੱਖਿਆ, ਗਰੋਸਰੀ ਤੋਂ ਲੈ ਕੇ ਹਾਊਸਿੰਗ ਤੱਕ, ਸਕੂਲ, ਹੌਸਪੀਟਲ, ਸਾਰੀਆਂ ਚੀਜ਼ਾਂ। ਸੋ ਇਹ 3 ਸ਼ਹਿਰ ਜਿਹੜੇ ਆ ਕਹਿੰਦੇ ਭਈ ਇਹ ਵਧੀਆ ਆਏ ਆ ਵੀ ਜਿੱਥੇ ਆਮ ਬੰਦਾ ਜਿਹੜਾ ਉਹ ਰਹਿ ਸਕਦਾ ਹੈਗਾ ਹੈ। ਜੀ ਸਟਾਕਟਨ 112 ਨੰਬਰ 'ਤੇ ਆਇਆ, ਟ੍ਰੇਸੀ 124 ਅਤੇ ਇਸੇ ਤਰ੍ਹਾਂ ਜੇ ਦੇਖਿਆ ਜਾਵੇ ਸੈਨ ਫਰਾਂਸਿਸਕੋ ਦਾ ਉਹਦਾ 176 ਨੰਬਰ ਆ। ਸੋ ਉੱਪਰ ਜਿਹੜੇ ਕਾਫੀ ਮਹਿੰਗੇ ਆ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੀਤੇ ਸੋਮਵਾਰ ਬਲੂ ਸ਼ੀਲਡ ਨੇ ਕੈਲੀਫੋਰਨੀਆ ਦੇ ਜਿਹੜੇ ਕੋਵਿਡ-19 ਵੈਕਸੀਨੇਸ਼ਨ ਡਿਸਟਰੀਬਿਊਸ਼ਨ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਟੇਕ ਓਵਰ ਕੀਤਾ, ਯਾਨੀ ਕਿ ਉਹ ਹੁਣ ਲੋਕਾਂ ਤੱਕ ਜਿਹੜੀ ਕੋਵਿਡ-19 ਦੀ ਵੈਕਸੀਨ ਆ ਉਸ ਨੂੰ ਪਹੁੰਚਾਉਣ ਦੇ ਵਿੱਚ ਮਦਦ ਕਰਨਗੇ। ਪੂਰੇ ਪ੍ਰੋਸੈਸ ਨੂੰ ਜਿਹੜਾ ਉਹ ਸਟਰੀਮਲਾਈਨ ਯਾਨੀ ਕਿ ਰੈਲਾ ਆ ਉਹ ਕਰਨ ਦੀ ਕੋਸ਼ਿਸ਼ ਹੋਊਗੀ। ਕਹਿੰਦੇ ਵੀ ਉਹ ਇੱਕ ਸਿੰਗਲ ਸਟੇਟ ਵਾਈਡ ਜਿਹੜਾ ਉਹ ਇੱਕ ਹਿਸਾਬ ਦੇ ਨਾਲ
ਸੈਂਟਰ ਕਹਿ ਲਓ ਜਾਂ ਹੈੱਡਕੁਆਟਰ ਬਣਾਉਣਗੇ, ਜਿੱਥੋਂ ਅੱਗੇ ਸਾਰਾ ਕੁਛ ਜਿਹੜਾ ਉਹ ਅੱਗੇ ਤੋਂ ਅੱਗੇ ਜਿਹੜਾ ਉਹ ਤੋਰਿਆ ਜਾਵੇਗਾ। ਸੈਨ ਮਕੀਨ, ਸਟੈਨਿਸਲੌਸ ਕਾਊਂਟੀਜ਼ ਜਿਹੜੀਆਂ ਆ, ਕਹਿੰਦੇ ਵੀ ਉਹ ਪਹਿਲੀਆਂ ਕਾਊਂਟੀਜ਼ ਹੈਗੀਆਂ ਆ ਜਿਨ੍ਹਾਂ ਦਾ ਇੰਪੈਕਟ, ਜਿਨ੍ਹਾਂ ਦੇ ਉੱਤੇ ਸਭ ਤੋਂ ਵੱਡਾ ਇੰਪੈਕਟ ਜਿਹੜਾ ਪਊਗਾ ਬਲੂ ਸ਼ੀਟ ਦੇ ਉੱਤੇ ਜਿਹੜਾ ਉਹ ਸ਼ਿਫਟ ਹੋਣ ਦੇ ਨਾਲ। ਆਲਰੇਡੀ ਆਪਾਂ ਦੇਖਿਆ ਸੀ ਵੀ ਇਹ 2 ਕਾਊਂਟੀਜ਼ ਤੋਂ ਰਿਪੋਰਟਸ ਆਈਆਂ ਸੀਗੀਆਂ ਵੀ ਜਿਹੜੀ ਵੈਕਸੀਨੇਸ਼ਨ ਐਫਰਟਸ ਆ ਇਹਨਾਂ ਕਾਊਂਟੀਜ਼ ਦੇ ਵਿੱਚ ਘੱਟ ਸੀਗੀਆਂ, ਲੋਕਾਂ ਨੂੰ ਇੱਥੇ ਜਿਹੜੀ ਘੱਟ ਮਦਦ ਮਿਲ ਰਹੀ ਸੀ। ਡਿਸਪ੍ਰਪੋਰਸ਼ਨੇਟਲੀ ਜਿਹੜੇ ਆ ਉਹ ਜਿਹੜੀਆਂ ਫੈਮਲੀਜ਼ ਸੀਗੀਆਂ ਉਹਨਾਂ ਦੇ ਉੱਤੇ ਇਫੈਕਟ ਜਿਹੜਾ ਇੱਥੇ ਹੋਇਆ ਸੀਗਾ। ਸੋ ਕਹਿੰਦੇ ਵੀ ਬਲੂ ਸ਼ੀਲਡ ਨੇ ਇਹ ਗੋਲ ਰੱਖਿਆ ਆ ਵੀ 25 ਮਿਲੀਅਨ ਲੋਕਾਂ ਨੂੰ ਬਾਏ ਦੀ ਐਂਡ ਆਫ ਸਮਰ ਜਿਹੜਾ ਆ ਉਹ ਉਹਨਾਂ ਨੇ ਇੱਥੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਇਨੋਕੂਲੇਟ ਕਰਨਾ ਹੈ, ਯਾਨੀ ਕਿ ਟੀਕਾਕਰਨ ਉਹਨਾਂ ਦਾ ਜਿਹੜਾ ਉਹ ਕਰਨਾ ਚਾਹੁੰਦੇ ਨੇ। ਸੋ ਇਹ ਦੇਖਦੇ ਹਾਂ ਵੀ ਹੁਣ ਇਹ ਜਿਹੜੀ ਇੰਸ਼ੋਰੈਂਸ ਕੰਪਨੀ ਆ ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਇਹ ਮਦਦ ਕਰ ਸਕਦੀ ਹੈਗੀ ਆ। ਸੋ ਟਰਾਂਜੀਸ਼ਨ ਜਿਹੜੀ ਹੁਣ ਹੋਣੀ ਆ, ਜਿਹੜੀ ਪਹਿਲੋਂ ਸਟੇਟ ਪੱਧਰ ਦੇ ਉੱਤੇ ਜਿਹੜਾ ਚੱਲ ਰਿਹਾ ਸੀ ਮਾਈ ਟਰਨ ਕਰਕੇ ਜਿਹੜੀ ਅਪੁਆਇੰਟਮੈਂਟ ਸਿਸਟਮ ਬਣਾਇਆ ਗਿਆ ਸੀਗਾ, ਉਸ ਦੇ ਤਹਿਤ ਜਿਹੜੀ ਆ ਉਹ ਹੋਊਗੀ। ਪਰ ਕਹਿੰਦੇ ਅਜੇ ਵੀ ਸੈਨ ਮਕੀਨ ਕਾਊਂਟੀ ਵਾਲੇ ਉਹ ਔਨਲਾਈਨ ਅਤੇ ਬਾਏ ਫੋਨ ਇਨਫੋਰਮੇਸ਼ਨ ਜਿਹੜਾ 211 ਕਾਲ ਕਰਕੇ ਆ ਉਹ ਇਨਫੋਰਮੇਸ਼ਨ ਉੱਥੋਂ ਜਿਹੜੀ ਉਹ ਲੈ ਸਕਦੇ ਹੈਗੇ ਆ। ਸੋ ਹੋਪਫੁਲੀ ਇਸ ਦੇ ਨਾਲ ਥੋੜ੍ਹਾ ਕੰਮ ਥੋੜ੍ਹਾ ਰੈਲਾ ਹੋਵੇ ਅਤੇ ਜਲਦੀ ਤੋਂ ਜਲਦੀ ਜਿਹੜੀ ਆ ਵੈਕਸੀਨੇਸ਼ਨਸ ਆ ਸਾਰਿਆਂ ਤੱਕ ਜਿਹੜੀ ਉਹ ਪਹੁੰਚ ਸਕੇ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਆ। ਇੱਕ ਸੈਕਰਾਮੈਂਟੋ ਦੇ ਡਾਕਟਰ ਜਿਹੜਾ ਆ ਹੁਣ ਉਹਦੀ ਕਾਫੀ ਬਦਨਾਮੀ ਹੋ ਰਹੀ ਪੂਰੇ USA ਦੇ ਵਿੱਚ। ਇਹ ਪਲਾਸਟਿਕ ਸਰਜਨ ਡਾਕਟਰ ਸਕਾਟ ਗ੍ਰੀਨ ਕਹਿੰਦੇ ਵੀ ਨਾਲ ਦੀ ਨਾਲ ਤਾਂ ਇਹ ਸਰਜਰੀ ਕਰ ਰਿਹਾ ਸੀ ਆਪਣੇ ਪੇਸ਼ੈਂਟ 'ਤੇ, ਅਤੇ ਨਾਲ ਦੀ ਨਾਲ ਇੱਕ ਟ੍ਰੈਫਿਕ ਟਿਕਟ ਵਾਲੇ ਜਿਹੜੇ ਜੱਜ ਆ ਉਹਦੇ ਨਾਲ ਜ਼ੂਮ ਮੀਟਿੰਗ ਦੇ ਉੱਤੇ ਆਪਣੀ ਪੇਸ਼ੀ ਕਰ ਰਿਹਾ ਸੀ। ਅਤੇ ਜਦੋਂ ਜ਼ੂਮ ਮੀਟਿੰਗ ਦੇ ਦੌਰਾਨ ਜੱਜ ਨੇ ਇਹ ਦੇਖਿਆ ਵੀ ਇਹ ਜਿਹੜਾ ਇਹ ਡਾਕਟਰ ਆ ਜਿਹਦੀ ਇੱਕ ਟ੍ਰੈਫਿਕ ਟਿਕਟ ਦੀ ਸੁਣਵਾਈ ਸੀ ਵੀ ਇਹਦੇ ਹੱਥ ਤਾਂ ਖੂਨ ਦੇ ਨਾਲ ਲਿਬੜੇ ਹੋਆ, ਅਤੇ ਉਹਨੂੰ ਕਿਹਾ ਵੀ ਤੂੰ ਕੀ ਕਰ ਰਿਹਾ? ਉਹ ਕਹਿੰਦਾ ਵੀ ਮੈਂ ਪੇਸ਼ੈਂਟ ਦੇ ਉੱਤੇ ਆਪਰੇਸ਼ਨ ਵੀ ਕਰ ਰਿਹਾ ਅਤੇ ਨਾਲ ਦੀ ਨਾਲ ਜਿਹੜਾ ਤੇਰੇ ਨਾਲ ਗੱਲ ਕਰ ਰਿਹਾ। ਸੋ ਉਸ ਟਾਈਮ ਦੇ ਉੱਤੇ ਜੱਜ ਨੇ ਕਿਹਾ ਵੀ ਇਹ ਰਾਈਟ ਨਹੀਂ ਹੈਗਾ, ਅਤੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ, ਮੇਰੇ ਨਾਲ ਇੱਕ ਹੋਰ ਡਾਕਟਰ ਵੀ ਸਰਜਰੀ ਕਰ ਰਿਹਾ, ਵੀ ਮੈਂ ਸਰਜਰੀ ਕਰਦਾ ਜਿਹੜਾ ਆ ਨਾਲ ਦੀ ਨਾਲ ਜਿਹੜਾ ਪੇਸ਼ੀ ਦੇ ਤੁਹਾਡਾ ਕੁਐਸਚਨ ਆ ਉਹ ਵੀ ਆਨਸਰ ਕਰ ਸਕਦਾ ਹੈਗਾ। ਪਰ ਜੱਜ ਨੇ ਇਹ ਕਹਿਤਾ ਵੀ ਇਹ ਰੋਂਗ ਆ, ਇਹ ਪੇਸ਼ੈਂਟ ਦੇ ਲਈ ਵੀ ਜਿਹੜਾ ਰੋਂਗ ਹੈਗਾ ਆ। ਸੋ ਇਹ ਡੇਟ ਮੈਂ ਐਕਸਟੈਂਡ ਕਰਨ ਜਾ ਰਿਹਾ। ਹੁਣ ਉਹ ਜਿਹੜੀ ਵੀਡੀਓ ਸੀ ਉਹ ਕਾਫੀ ਵਾਇਰਲ ਹੋ ਗਈ। ਉਹ ਤੋਂ ਬਾਅਦ ਹੁਣ ਜਿਹੜਾ ਮੈਡੀਕਲ ਬੋਰਡ ਆਫ ਕੈਲੀਫੋਰਨੀਆ ਆ ਉਹ ਕਹਿੰਦੇ ਵੀ ਅਸੀਂ ਇਸ ਇੰਸੀਡੈਂਟ ਦੀ ਇਨਵੈਸਟੀਗੇਸ਼ਨ ਕਰਾਂਗੇ। ਇਹ ਪੇਸ਼ੈਂਟ ਨੂੰ ਖਤਰੇ 'ਚ ਪਾਇਆ ਹੈਗਾ ਅਤੇ ਡਾਕਟਰ ਦਾ ਜਿਹੜਾ ਲਾਇਸੈਂਸ ਵੀ ਜਾ ਸਕਦਾ, ਅਤੇ ਦੂਸਰੇ ਪਾਸੇ ਜਿਹੜਾ ਪੇਸ਼ੈਂਟ ਆ ਉਹ ਵੀ ਜਿਹੜਾ ਆ ਡਾਕਟਰ ਨੂੰ ਸੂਹ ਕਰ ਸਕਦਾ ਵੀ ਭਾਈ ਤੂੰ ਤਾਂ ਮੇਰੇ 'ਤੇ ਫੋਕਸ ਕਰਨਾ ਸੀ, ਤੂੰ ਨਾਲ ਦੀ ਨਾਲ ਆਪਣਾ ਹੋਰ ਵੀ ਜਿਹੜਾ ਕੰਮ ਕਰੀ ਗਿਆ। ਜੀ, ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਅਤੇ ਜਾਣ ਤੋਂ ਪਹਿਲਾਂ ਜਿਹੜਾ ਉਹ ਆਪਾਂ ਦੱਸਦੇ ਜਾਈਏ ਵੀ ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ, ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਆਵੇਗਾ ਜੀ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਪ੍ਰੋਗਰਾਮ ਸਿਹਤ ਸੰਭਾਲ ਦਾ, ਅੱਜ ਜਿਹੜੇ ਹੋਮ ਰੈਮਡੀਜ਼ ਦਾ ਜਿਹੜਾ ਪ੍ਰੋਗਰਾਮ ਜਿਸ ਦੇ ਵਿੱਚ ਜਿਹੜੀਆਂ ਕਾਲਸ ਲਈਆਂ ਜਾਂਦੀਆਂ ਨੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ 4 ਤੋਂ 5:30 ਵਜੇ ਤੱਕ ਹੋਵੇਗਾ। 5:30 ਤੋਂ 7:30 ਵਜੇ ਤੱਕ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤੇ ਜਾਣਗੇ। 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਜਿਹੜਾ ਉਹ ਆਵੇਗਾ। ਉਸ ਤੋਂ ਉਪਰੰਤ 8:30 ਵਜੇ ਜਿਹੜਾ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਦਾਂ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।